ਇੱਕ ਅਮਰੀਕਨ ਰਾਜਨੀਤਿਕ ਸ਼ਾਸਤਰੀ ਵਿਲੀਅਮ ਬੋਯੇਰ ਨੇ ਸ਼ਾਸਨ ਨੂੰ ਪਰਿਭਾਸ਼ਿਤ ਕਰਦਿਆਂ ਕਿਹਾ ਹੈ ਕਿ ਸ਼ਾਸਨ ਸਰਕਾਰ ਦੀ ਕਾਰਵਾਈ ਹੁੰਦੀ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਦੇ ਸਮੂਹਿਕ ਸਬੰਧਾਂ, ਅਰਥਚਾਰੇ ਅਤੇ ਜਨਤਕ ਨੀਤੀ ਦੇ ਸਬੰਧ ਵਿੱਚ ਸ਼ਾਸਕੀ ਅਮਲ ਤਹਿਤ ਗੈਰ ਸਰਕਾਰੀ ਭਿਆਲਾਂ ਨਾਲ ਇੱਕ ਅੰਤਰਕਿਰਿਆ ਹੁੰਦੀ ਹੈ। ਡੈਂਡੀ ਇਹ ਜਨਤਕ ਨੀਤੀ ਦੇ ਮੁਤੱਲਕ ਪੂਰਵ ਨਿਰਧਾਰਿਤ ਨਿਯਮਾਂ ਅਤੇ ਕਾਨੂੰਨਾਂ ਦੇ ਦਾਇਰੇ ਅੰਦਰ ਇੱਕ ਸਮੂਹਿਕ ਅਮਲ ਹੁੰਦਾ ਹੈ। ਡੈਂਡੀ ਭਾਰਤ ਸ਼ਾਇਦ ਦੁਨੀਆ ਦੇ ਕੁਝ ਉਹਨਾਂ ਮੁਲਕਾਂ ਵਿੱਚ ਸ਼ਾਮਲ ਹੈ ਜਿੱਥੇ ਇੱਕ ਵਿਆਪਕ ਲਿਖਤੀ ਸੰਵਿਧਾਨ ਮੌਜੂਦ ਹੈ ਜਿਸ ਨਾਲ ਉਕਾਈ ਦੀ ਕੋਈ ਗੁੰਜਾਇਸ਼ ਨਹੀਂ ਜਾਂ ਬਹੁਤ ਥੋੜ੍ਹੀ ਹੈ। ਡੈਂਡੀ ਸਮੇਂ ਦੇ ਨਾਲ ਨਾਲ ਹਕੀਕਤਾਂ ਬਦਲਣ ਕਰਕੇ ਭਾਰਤੀ ਸੰਵਿਧਾਨ ਵਿੱਚ 100 ਤੋਂ ਵੱਧ ਵਾਰ ਸੋਧਾਂ ਹੋ ਚੁੱਕੀਆਂ ਹਨ, ਪਰ ਸੰਵਿਧਾਨ ਦਾ ਮੂਲ ਚਰਿੱਤਰ ਅਜੇ ਵੀ ਕਾਇਮ ਹੈ, ਜਿਸ ਸਦਕਾ ਇਹ ਅਜਿਹਾ ਗਤੀਸ਼ੀਲ ਦਸਤਾਵੇਜ਼ ਸਾਬਤ ਹੋਇਆ ਹੈ ਜੋ ਹਰ ਵੰਨਗੀ ਦੀ ਰਾਜਨੀਤੀ ਦੇ ਉਲਟ-ਫੇਰਾਂ ਨੂੰ ਝੱਲਣ ਵਿੱਚ ਕਾਮਯਾਬ ਰਿਹਾ ਹੈ। ਡੈਂਡੀ ਜੇ ਸਰਕਾਰਾਂ ਹੇਠ ਲਿਖੀਆਂ ਸੰਵਿਧਾਨਕ ਖਸਲਤਾਂ ਮੁਤਾਬਕ ਕੰਮ ਕਰਨ ਤਾਂ ਚੰਗਾ ਸ਼ਾਸਨ ਦਿੱਤਾ ਜਾ ਸਕੇਗਾ। ਡੈਂਡੀ ਉਹਨਾਂ ਨੂੰ ਕਾਨੂੰਨ ਤੋਂ ਇੱਧਰ ਉੱਧਰ ਦੀਆਂ ਕਾਰਵਾਈਆਂ ਦੀ ਰੋਕਥਾਮ ਕਰਨੀ ਚਾਹੀਦੀ ਹੈ। ਡੈਂਡੀ ਪਰ ਜੇ ਉਹ ਕਾਨੂੰਨ ਮੁਤਾਬਕ ਰਾਜ ਦੇ ਸੰਕਲਪ ਅਤੇ ਲੋਕਾਂ ਨੂੰ ਇਸ ਦੀ ਕਿਉਂ ਲੋੜ ਹੈ ਨੂੰ ਅਣਡਿੱਠਾ ਕਰਨ ਲੱਗ ਪੈਣ ਤਾਂ ਕੀ ਹੋਵੇਗਾ? ਪ੍ਰਸ਼ਨ ਚਿੰਨ੍ਹ। ਇਸ ਤਰ੍ਹਾਂ ਸਰਕਾਰ ਤੋਂ ਬਿਨਾਂ ਸ਼ਾਸਨ ਹੋ ਸਕਦਾ ਹੈ, ਪਰ ਇਸ ਤੋਂ ਉਲਟਾ ਬਿਲਕੁਲ ਵੀ ਨਹੀਂ ਹੋ ਸਕਦਾ ਜਾਂ ਜਿਸ ਦਾ ਕਿਆਸ ਵੀ ਨਹੀਂ ਕੀਤਾ ਜਾ ਸਕਦਾ। ਡੈਂਡੀ ਪਿਛਲੇ 3 ਦਹਾਕਿਆਂ ਦੌਰਾਨ ਭਾਵੇਂ ਉਹਨਾਂ ਦਾ ਸਿਆਸੀ ਰੰਗ ਕਿਹੋ ਜਿਹਾ ਹੋਵੇ, ਪਰ ਸਰਕਾਰਾਂ ਨੇ ਆਪਣੇ ਜ਼ਾਤੀ ਅਤੇ ਸਿਆਸੀ ਟੀਚੇ ਪੂਰੇ ਕਰਨ ਵਾਸਤੇ ਕੁਝ ਅਜਿਹੇ ਕੰਮ ਕੀਤੇ ਹਨ ਜਿਨ੍ਹਾਂ ਦਾ ਦਾਇਰਾ ਸੰਵਿਧਾਨਕ ਹੱਦਾਂ ਤੋਂ ਬਾਹਰ ਸੀ। ਡੈਂਡੀ ਇਹਨਾਂ ਜਨਤਕ ਅਦਾਰਿਆਂ ਦਾ ਜਨਤਕ ਸਾਰ ਤੱਤ ਗਾਇਬ ਸੀ ਅਤੇ ਨੌਕਰਸ਼ਾਹੀ ਦੇ ਢਾਂਚੇ ਦੇ ਪ੍ਰਬੰਧ ਤੇ ਅਗਵਾਈ ਪੱਖੋਂ ਉਹਨਾਂ ਦੀ ਕਾਬਲੀਅਤ ਸ਼ੱਕੀ ਬਣ ਗਈ ਸੀ। ਡੈਂਡੀ ਅੱਜ ਕੱਲ੍ਹ ਕੁਝ ਕੁ ਲੋਕਾਂ ਦੀਆਂ ਖਾਹਿਸ਼ਾਂ ਤੇ ਲਾਲਚ ਕਰਕੇ ਸ਼ਾਸਨ ਦਾ ਆਧਾਰ ਕੁਝ ਜ਼ਿਆਦਾ ਹੀ ਨਦਾਰਦ ਮਹਿਸੂਸ ਹੋ ਰਿਹਾ ਹੈ। ਡੈਂਡੀ ਆਮ ਆਦਮੀ ਸੰਤਾਪ ਹੰਢਾ ਰਿਹਾ ਹੈ ਅਤੇ ਸੱਤਾ ਵਿੱਚ ਬੈਠੇ ਲੋਕ ਉਸ ਨੂੰ ਸਬਸਿਡੀਆਂ, ਖੈਰਾਤਾਂ ਅਤੇ ਸੌਗਾਤਾਂ ਦੇ ਜ਼ਰੀਏ ਭ੍ਰਿਸ਼ਟ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਉਹਨਾਂ ਦੇ ਪਾਪ ਤੇ ਨਾਅਹਿਲੀਅਤ ਢਕੇ ਰਹਿਣ। ਡੈਂਡੀ ਸਿੱਖਿਆ, ਸਿਹਤ ਸੰਭਾਲ, ਰੁਜ਼ਗਾਰ ਅਤੇ ਮੂਲ ਸੁਵਿਧਾਵਾਂ ਜਿਹੇ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਟੀਚਿਆਂ 'ਤੇ ਸਰਕਾਰਾਂ ਦਾ ਧਿਆਨ ਘੱਟ ਰਹਿੰਦਾ ਹੈ। ਡੈਂਡੀ ਜੇ ਸਿੱਖਿਆ ਤੇ ਰੁਜ਼ਗਾਰ ਨੂੰ ਨਾਗਰਿਕਾਂ ਦੇ ਮੂਲ ਅਧਿਕਾਰਾਂ ਵਜੋਂ ਯਕੀਨੀ ਬਣਾ ਦਿੱਤਾ ਜਾਵੇ ਤਾਂ ਖੈਰਾਤਾਂ ਦੀ ਲੋੜ ਘੱਟ ਜਾਵੇਗੀ। ਡੈਂਡੀ ਸੋਸ਼ਲ ਮੀਡੀਆ ਸਵੈ ਪ੍ਰਗਟਾਵੇ ਦੀ ਆਜ਼ਾਦੀ ਦੀ ਆੜ ਹੇਠ ਬਹੁਤੀ ਹੱਦ ਤੱਕ ਅਨਿਯਮਤ ਹੈ, ਜਿਸ 'ਤੇ ਅੱਜ ਕੱਲ੍ਹ ਝੂਠੀਆਂ ਤੇ ਗੈਰ ਪ੍ਰਮਾਣਿਕ ਜਾਣਕਾਰੀਆਂ ਦੇ ਆਧਾਰ 'ਤੇ ਆਮ ਆਦਮੀ ਨੂੰ ਗੁੰਮਰਾਹ
ਕਰਨ ਦਾ ਰੁਝਾਨ ਜ਼ੋਰ ਫੜ ਰਿਹਾ ਹੈ। ਡੰਡੀ ਯਕੀਨਨ ਸਵੈ ਪ੍ਰਗਟਾਵੇ ਦੀ ਆਜ਼ਾਦੀ ਦਾ ਮਤਲਬ ਝੂਠ ਬੋਲਣ ਤੇ ਗੁੰਮਰਾਹ ਕਰਨ ਜਾਂ ਸਮਾਜ ਵਿੱਚ ਫੁੱਟ ਪਾਉਣ ਤੇ ਬਦਅਮਨੀ ਫੈਲਾਉਣ ਦੀ ਆਜ਼ਾਦੀ ਨਹੀਂ ਹੈ। ਡੰਡੀ ਸੋਸ਼ਲ ਮੀਡੀਆ 'ਤੇ ਅਨੁਸ਼ਾਸਨ ਯਕੀਨੀ ਬਣਾਉਣ ਲਈ ਇੱਕ ਵਿਧਾਨਿਕ ਵਿਹਾਰ ਜ਼ਾਬਤੇ ਅਤੇ ਲਿਖਤ ਕਾਨੂੰਨੀ ਪ੍ਰਾਵਧਾਨਾਂ ਦੀ ਲੋੜ ਹੈ ਤਾਂ ਕਿ ਸਭ ਦਾ ਸਾਂਝਾ ਤੇ ਇੱਕ ਜਾਗਰਿਤ ਸਮਾਜਿਕ ਆਰਥਿਕ ਵਿਕਾਸ ਹੋ ਸਕੇ। ਡੰਡੀ ਨਵੀਂ ਪੀੜ੍ਹੀ ਅੰਦਰ ਉਮੰਗਾਂ ਸੁਭਾਵਿਕ ਤੌਰ 'ਤੇ ਜ਼ਿਆਦਾ ਹੁੰਦੀਆਂ ਹਨ ਅਤੇ ਇਸ ਦੀ ਪੂਰਤੀ ਦੀ ਖਾਤਰ ਪ੍ਰਣਾਲੀ ਵਿਕਸਿਤ ਕਰਨੀ ਪੈਂਦੀ ਹੈ। ਡੰਡੀ ਇਸ ਮੰਤਵ ਲਈ ਨਵੀਆਂ ਤਕਨੀਕਾਂ ਜ਼ਰੀਏ ਸੂਚਨਾ ਸਿੱਖਿਆ ਅਤੇ ਸੰਚਾਰ ਵਿੱਚ ਸੁਧਾਰ ਲਿਆਉਣਾ ਪੈਣਾ ਹੈ। ਡੰਡੀ ਸਰਕਾਰਾਂ ਦੇ ਰਵਾਇਤੀ ਤੇ ਵੇਲਾ ਵਿਹਾ ਚੁੱਕੇ ਤੌਰ ਤਰੀਕਿਆਂ ਜਾਂ ਫਿਰ ਚੋਰ ਚਲਾਕੀਆਂ ਰਾਹੀਂ ਉੱਭਰਦੀਆਂ ਉਮੰਗਾਂ ਨੂੰ ਦਬਾਉਣ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਡੰਡੀ ਕਿਸੇ ਕਿਸਮ ਦੀ ਸਰਕਾਰੀ ਨੀਤੀ ਬਣਾਉਣ ਵਿੱਚ ਸੰਬੰਧਿਤ ਧਿਰਾਂ ਦੀ ਹਿੱਸੇਦਾਰੀ ਦੀ ਅਣਦੇਖੀ ਜਾਂ ਰਾਜਕੀ ਸ਼ਕਤੀ ਰਾਹੀਂ ਆਮ ਆਦਮੀ ਨੂੰ ਦਬਾਉਣ ਦੀ ਕੋਈ ਵੀ ਕਾਰਵਾਈ ਦਾ ਕੋਈ ਫਾਇਦਾ ਨਹੀਂ ਹੋਵੇਗਾ। ਡੰਡੀ ਇਸ ਨਾਲ ਸਮਾਜ ਅੰਦਰ ਤਰੇੜਾਂ ਗਹਿਰੀਆਂ ਹੋਣਗੀਆਂ। ਡੰਡੀ ਸ਼ਾਸਨ ਵਿੱਚ ਇੰਨਾ ਤਿੱਖਾ ਨਿਘਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਸੱਤਾਧਾਰੀ ਲੋਕ ਸਭ ਤੋਂ ਅਨੈਤਿਕ ਭ੍ਰਿਸ਼ਟ ਤੇ ਨਾਹਿਲ ਲੋਕਾਂ ਦੀ ਪਿੱਠ ਥਾਪੜਨ ਤੇ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨ ਤੋਂ ਕੋਈ ਗੁਰੇਜ਼ ਨਹੀਂ ਕਰ ਰਹੇ। ਡੰਡੀ ਅਸਲ ਵਿੱਚ ਆਮ ਆਦਮੀ ਖਾਸ ਕਰ ਬਿਲਕੁਲ ਨਿਤਾਣੇ ਤੇ ਸਭ ਤੋਂ ਗਰੀਬ ਲੋਕਾਂ ਦੇ ਹਿੱਤਾਂ ਤੇ ਬਿਹਤਰੀ ਦੀ ਕੁਰਬਾਨੀ ਦੇ ਕੇ ਹੀ ਜ਼ਾਤੀ ਮੁਫਾਦ ਦੌਲਤ ਇਕੱਠੀ ਕਰਨ ਤੇ ਹੋਰ ਅਨੈਤਿਕ ਕੰਮ ਧੰਦੇ ਕਰਨ ਲਈ ਉਹਨਾਂ ਨਾਲ ਸੱਤਾ ਦਾ ਸੌਦਾ ਕੀਤਾ ਜਾਂਦਾ ਹੈ। ਡੰਡੀ ਸਰਕਾਰਾਂ ਦੀ ਇੱਕ ਹੋਰ ਬੱਜਰ ਕਮੀ ਇਹ ਹੈ ਕਿ ਉਹ ਤੱਥਾਂ ਤੇ ਅੰਕੜਿਆਂ ਨੂੰ ਨਜ਼ਰ ਅੰਦਾਜ਼ ਕਰਦੀਆਂ ਹਨ। ਡੰਡੀ ਹਕੀਕਤ ਨੂੰ ਜਾਣੇ ਬਗੈਰ ਹੀ ਸਿੱਟੇ ਕੱਢ ਲਏ ਜਾਂਦੇ ਹਨ। ਡੰਡੀ ਦਰ ਹਕੀਕਤ ਦੀ ਬਜਾਏ ਆਪਣੇ ਭਰਮ ਭੁਲੇਖਿਆਂ ਤੇ ਖਾਮ ਖਿਆਲੀਆਂ ਨੂੰ ਆਧਾਰ ਬਣਾਇਆ ਜਾਂਦਾ ਹੈ। ਡੰਡੀ ਅੱਧ ਅਧੂਰੀਆਂ ਜਾਣਕਾਰੀਆਂ ਦੇ ਆਧਾਰ 'ਤੇ ਕੱਢੇ ਸਿੱਟਿਆਂ 'ਤੇ ਲਏ ਗਏ ਫੈਸਲਿਆਂ ਦੀ ਕੋਈ ਜਵਾਬਦੇਹੀ ਨਿਸ਼ਚਿਤ ਨਹੀਂ ਕੀਤੀ ਜਾਂਦੀ। ਡੰਡੀ ਕੁਝ ਰਾਜਨੀਤਿਕ ਦਾਰਸ਼ਨਿਕਾਂ ਦਾ ਨਿਸ਼ਚਾ ਹੈ ਕਿ ਚੋਣਾਂ ਦੌਰਾਨ ਗਲਤ ਫੈਸਲਿਆਂ ਦੀ ਨਿਸ਼ਾਨਦੇਹੀ ਤੇ ਜਵਾਬਦੇਹੀ ਹੋ ਜਾਂਦੀ ਹੈ, ਪਰ ਉਦੋਂ ਤੱਕ ਵਿਵਸਥਾ ਅਤੇ ਆਵਾਮ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੁੰਦਾ ਹੈ। ਡੰਡੀ ਦੂਜੇ ਬੰਨੇ ਕੁਝ ਸੂਚਨਾ ਮਾਹਿਰ ਨੀਤੀ ਘਾੜਿਆਂ ਲਈ ਜਾਣਕਾਰੀਆਂ ਦੀ ਘਾਟ ਲਈ ਡੇਟਾ ਮੈਨੇਜਮੈਂਟ ਨੀਤੀਆਂ ਤੇ ਵਿਵਸਥਾਵਾਂ ਨੂੰ ਕਸੂਰਵਾਰ ਗਿਣਦੇ ਹਨ। ਡੰਡੀ ਅਜਿਹੀਆਂ ਕੋਈ ਸਥਾਪਿਤ ਵਿਧਾਨਿਕ ਵਿਵਸਥਾ ਨਹੀਂ ਹੈ ਜਿਸ ਰਾਹੀਂ ਕਿਸੇ ਅਧਿਕਾਰੀ ਜਾਂ ਸਿਆਸਤਦਾਨ ਵੱਲੋਂ ਸੇਧ ਲਈ ਜਾ ਸਕੇ ਅਤੇ ਕਿਸੇ ਨੀਤੀ ਨਿਰਮਾਣ ਤੇ ਅਮਲਦਾਰੀ ਤੋਂ ਪਹਿਲਾਂ ਜਾਣਕਾਰੀ ਹਾਸਲ ਕੀਤੀ ਜਾ ਸਕੇ। ਡੰਡੀ ਚੁਣੇ ਹੋਏ ਨੁਮਾਇੰਦਿਆਂ ਦੀ ਸਾਰੀ ਟੇਕ ਫੌਰੀ ਚੋਣ ਜਿੱਤਣ 'ਤੇ ਲੱਗੀ ਰਹਿੰਦੀ ਹੈ ਤੇ ਉਹਨਾਂ ਦੀ ਜਾਣਕਾਰੀ
ਅਤੇ ਮਾਰਗ ਦਰਸ਼ਨ ਲੈਣ ਦੀ ਕੋਈ ਰੁਚੀ ਨਹੀਂ ਹੁੰਦੀ। ਡੰਡੀ ਇੰਝ ਜਾਪਦਾ ਹੈ ਜਿਵੇਂ ਸ਼ਾਸਨ ਨਾਲ ਉਹਨਾਂ ਦਾ ਕੋਈ ਸਰੋਕਾਰ ਨਹੀਂ ਹੁੰਦਾ। ਡੰਡੀ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕਾਰਜਪਾਲਿਕਾ ਦੇ ਫੈਸਲਿਆਂ ਦੀ ਨਿਆਂਇਕ ਪੜਚੋਲ ਸਦਕਾ ਦੇਸ਼ ਕਈ ਵਾਰ ਨਮੋਸ਼ੀ ਝੱਲਣ ਤੋਂ ਹੀ ਨਹੀਂ ਸਗੋਂ ਕਈ ਅੱਧ ਅਧੂਰੀਆਂ ਜਾਣਕਾਰੀਆਂ ਵਾਲੇ ਫੈਸਲਿਆਂ ਤੇ ਹਾਲਾਤ ਤੋਂ ਵੀ ਬਚਿਆ ਹੈ। ਡੰਡੀ ਅਜਿਹੇ ਕਈ ਮੌਕੇ ਆਏ ਹਨ ਜਦੋਂ ਨਿਆਂਪਾਲਿਕਾ ਵੱਲੋਂ ਕਾਨੂੰਨਾਂ ਤੇ ਨਿਯਮਾਂ ਵਿੱਚ ਸੋਧਾਂ ਕੀਤੀਆਂ ਗਈਆਂ ਜਾਂ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਕਿਉਂਕਿ ਮੁੱਖ ਤੌਰ 'ਤੇ ਇਹ ਕਾਨੂੰਨ ਸੰਵਿਧਾਨ ਅਤੇ ਜਨਤਕ ਨੀਤੀ ਦੇ ਸਥਾਪਿਤ ਅਸੂਲਾਂ ਦੀ ਉਲੰਘਣਾ ਕਰਦੇ ਹਨ। ਡੰਡੀ 1975 ਦੀ ਐਮਰਜੈਂਸੀ ਖਾਸ ਕਰ 42ਵੀਂ ਸੰਵਿਧਾਨਕ ਸੋਧ ਤੋਂ ਬਾਅਦ ਨਿਆਂਇਕ ਨਿਰਖ ਪਰਖ ਅਤੇ ਸਾਵਾਂਪਣ ਹੋਰ ਵੀ ਜ਼ਿਆਦਾ ਮਹੱਤਵਸ਼ਾਲੀ ਹੋ ਗਿਆ। ਡੰਡੀ ਪਰ ਕੁਝ ਚਿੰਤਕਾਂ ਦਾ ਵਿਸ਼ਵਾਸ ਹੈ ਕਿ ਹਾਕਮ ਇਸ ਨਿਆਂਇਕ ਨਿਰਖ ਪਰਖ ਨੂੰ ਵੀ ਆਪਣੇ ਮਨੋਰਥ ਸਿੱਧ ਕਰਨ ਲਈ ਵਰਤ ਜਾਂਦੇ ਹਨ। ਡੰਡੀ ਇਹ ਹਰ ਵਾਰ ਨਹੀਂ ਹੋ ਸਕਦਾ ਪਰ ਇਹ ਵੀ ਨਹੀਂ ਕਿ ਅਜਿਹਾ ਸੁਣਨ ਜਾਂ ਦੇਖਣ ਨੂੰ ਨਾ ਮਿਲਿਆ ਹੋਵੇ। ਡੰਡੀ ਕੀ ਨਿਆਂਇਕ ਨਿਰਖ ਪਰਖ ਹੋਰ ਜ਼ਿਆਦਾ ਸਖਤ ਤੇ ਪੁਖਤਾ ਹੋ ਸਕਦੀ ਹੈ? ਪ੍ਰਸ਼ਨ ਚਿੰਨ੍ਹ। ਲੋਕਾਂ ਦੀਆਂ ਨਜ਼ਰਾਂ ਵਿੱਚ ਸ਼ਾਸਨ ਦਾ ਨਿਚੋੜ ਦਾ ਪੱਧਰ ਬਹੁਤ ਹੀ ਚਿੰਤਾਜਨਕ ਹੱਦ ਤੱਕ ਡਿੱਗ ਚੁੱਕਿਆ ਹੈ। ਹਾਲਾਂਕਿ ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਸਾਰੀਆਂ ਸਰਕਾਰਾਂ ਹੀ ਸਹੀ ਢੰਗ ਨਾਲ ਸ਼ਾਸਨ ਨਹੀਂ ਚਲਾ ਰਹੀਆਂ। ਡੰਡੀ ਬਹਰਹਾਲ ਹੁਣ ਅੱਖਾਂ ਖੋਲ੍ਹਣ ਦੀ ਲੋੜ ਹੈ। ਡੰਡੀ ਸਰਕਾਰਾਂ ਜ਼ਰੀਏ ਕਾਰਗਰ ਤੇ ਲੋਕ ਮੁਖੀ ਸ਼ਾਸਨ ਦੇਣ ਲਈ ਕਾਰ ਆਮਦ ਡੇਟਾ ਤੇ ਜਾਣਕਾਰੀ ਪ੍ਰਬੰਧਨ ਪ੍ਰਣਾਲੀਆਂ ਵਧੇਰੇ ਪਾਰਦਰਸ਼ਤਾ ਅਤੇ ਕਾਰਗਰ ਤੇ ਸਹੀ ਮਾਅਨਿਆਂ ਵਿੱਚ ਸੁਤੰਤਰ ਨਿਆਂਇਕ ਨਿਰਖ ਪਰਖ ਵੱਲ ਫੌਰੀ ਧਿਆਨ ਦੇਣ ਦੀ ਲੋੜ ਹੈ। ਡੰਡੀ ਲੇਖਕ ਪੰਜਾਬ ਦੇ ਮੁੱਖ ਮੰਤਰੀ ਦਾ ਚੀਫ ਪ੍ਰਿੰਸੀਪਲ ਸਕੱਤਰ ਹੈ। ਡੰਡੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਅੱਜ ਪਿੰਡ ਧੌਲਾ ਸਥਿਤ ਹਲਕਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਕਿਸਾਨਾਂ ਨੂੰ ਪੁਲਿਸ ਨੇ ਰੋਕ ਲਿਆ। ਡੰਡੀ ਇਸ ਤੋਂ ਭੜਕੇ ਕਿਸਾਨਾਂ ਨੇ ਬਰਨਾਲਾ ਮਾਨਸਾ ਮੁੱਖ ਮਾਰਗ ਜਾਮ ਕਰ ਦਿੱਤਾ। ਡੰਡੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਕਿਸਾਨਾਂ ਦੀ ਅਗਵਾਈ ਕਰ ਰਹੇ ਸਨ। ਡੰਡੀ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਨੇ ਕਿਹਾ ਕਿ ਭਗਤੂਪੁਰਾ ਦੀ ਪੁਰਾਣੀ ਅਨਾਜ ਮੰਡੀ ਦੀ ਮੁਰੰਮਤ ਵਾਸਤੇ ਪੰਜਾਬ ਸਰਕਾਰ ਵੱਲੋਂ ਗ੍ਰਾਂਟ ਆਈ ਸੀ ਜਿਸ ਦਾ ਕੰਮ ਚੱਲ ਵੀ ਪਿਆ ਸੀ ਪਰ ਹਲਕਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਖਾਲਸਾ ਵੱਲੋਂ ਇਹ ਕੰਮ ਸਰਪੰਚ ਦੀ ਮਿਲੀ ਭੁਗਤ ਨਾਲ ਕਥਿਤ ਤੌਰ 'ਤੇ ਰੋਕ ਦਿੱਤਾ ਗਿਆ। ਡੰਡੀ ਉਹਨਾਂ ਦੋਸ਼ ਲਾਇਆ ਕਿ ਸਰਪੰਚ ਵਿਧਾਇਕ ਨਾਲ ਮਿਲ ਕੇ ਪਿੰਡ ਦੇ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਇਹ ਅਨਾਜ ਮੰਡੀ ਪਿੰਡ ਦੇ ਬਾਹਰ ਉਸ ਜ਼ਮੀਨ ਵਿੱਚ ਲਿਜਾ ਰਿਹਾ ਹੈ ਜਿਸ ਦਾ ਮਾਮਲਾ ਅਦਾਲਤ ਵਿੱਚ ਚੱਲ ਰਿਹਾ। ਡੰਡੀ ਧਰਨੇ ਵਿੱਚ ਹਾਜ਼ਰ ਕਿਸਾਨਾਂ ਦਾ ਕਹਿਣਾ ਹੈ ਕਿ
ਉਹ ਉਸ ਜਗ੍ਹਾ 'ਤੇ ਨਵੀਂ ਮੰਡੀ ਦੀ ਉਸਾਰੀ ਨਹੀਂ ਕਰਨਗੇ। ਡੰਡੀ ਉਹਨਾਂ ਕਿਹਾ ਕਿ ਗਰਾਂਟ ਦੀ ਵਰਤੋਂ ਪੁਰਾਣੀ ਮੰਡੀ ਲਈ ਕੀਤੀ ਜਾਵੇ, ਪਰ ਜੇਕਰ ਵਿਧਾਇਕ ਤੇ ਸਰਪੰਚ ਨੇ ਕੋਈ ਅਲੱਗ ਮੰਡੀ ਬਣਾਉਣੀ ਹੈ ਤਾਂ ਉਹ ਹੋਰ ਗਰਾਂਟ ਲੈ ਆਉਣ। ਡੰਡੀ ਇੱਥੋਂ ਦੀ ਪੁਰਾਣੀ ਹਾਊਸਿੰਗ ਬੋਰਡ ਕਾਲੋਨੀ ਵਾਸੀ ਪਰਿਵਾਰ ਲੰਘੀ ਰਾਤ ਜਦੋਂ ਆਪਣੀ ਲੜਕੀ ਦੇ ਵਿਆਹ ਦੀਆਂ ਮੈਰਿਜ ਪੈਲੇਸ 'ਚ ਰਸਮਾਂ ਨਿਭਾ ਰਿਹਾ ਸੀ ਤਾਂ ਚੋਰਾਂ ਨੇ ਘਰ ਵਿੱਚੋਂ 7.5 ਲੱਖ ਰੁਪਏ ਦੀ ਨਗਦੀ ਤੇ 4 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਡੰਡੀ ਚੋਰੀ ਦੀ ਵਾਰਦਾਤ CCTV ਕੈਮਰਿਆਂ ਵਿੱਚ ਕੈਦ ਹੋ ਗਈ। ਡੰਡੀ ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਡੰਡੀ ਜਾਣਕਾਰੀ ਅਨੁਸਾਰ ਪੁਰਾਣੀ ਹਾਊਸਿੰਗ ਬੋਰਡ ਕਲੋਨੀ ਦੇ ਰਾਮੇਸ਼ ਕੁਮਾਰ ਦੀ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ। ਡੰਡੀ ਉਹ ਲੰਘੀ ਰਾਤ ਮੈਰਿਜ ਪੈਲਸ ਵਿਆਹ ਦੀਆਂ ਰਸਮਾਂ ਨਿਭਾ ਰਹੇ ਸਨ ਤਾਂ ਇਸੇ ਦੌਰਾਨ ਕਿਸੇ ਨੇ ਘਰੋਂ 7.5 ਲੱਖ ਰੁਪਏ ਦੀ ਨਗਦੀ ਤੇ 4 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਡੰਡੀ ਇਹ ਸਾਰੀ ਘਟਨਾ CCTV ਕੈਮਰਿਆਂ ਵਿੱਚ ਕੈਦ ਹੋ ਗਈ। ਡੰਡੀ ਵਿਆਹ ਦੀਆਂ ਰਸਮਾਂ ਨਿਭਾ ਕੇ ਜਦੋਂ ਪਰਿਵਾਰ ਘਰ ਪਹੁੰਚਿਆ ਤਾਂ ਚੋਰੀ ਦਾ ਪਤਾ ਲੱਗਿਆ। ਡੰਡੀ ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਡੰਡੀ ਮੇਰਾ ਬਚਪਨ ਮਿਸੌਰੀ ਵਾਲੇ ਆਪਣੇ ਫਾਰਮ ਵਿੱਚ ਬੀਤਿਆ ਸੀ। ਡੰਡੀ ਇੱਕ ਦਿਨ ਮੈਂ ਚੇਰੀ ਦੀਆਂ ਗੁਠਲੀਆਂ ਕੱਢਣ ਵਿੱਚ ਆਪਣੀ ਮਾਂ ਦਾ ਹੱਥ ਵਟਾ ਰਿਹਾ ਸੀ ਕਿ ਇੱਕਦਮ ਚੀਖ ਪਿਆ। ਡੰਡੀ ਮਾਂ ਨੇ ਪੁੱਛਿਆ, ਕੀ ਗੱਲ ਹੈ ਡੇਲ, ਕਿਉਂ ਚੀਕ ਰਿਹਾ ਐਂ ਰੋਂਦੇ ਰੋਂਦੇ? ਮੈਂ ਉੱਤਰ ਦਿੱਤਾ, ਮੈਨੂੰ ਲੱਗਦਾ ਕਿ ਮੈਂ ਜਿੰਦਾ ਹੀ ਧਰਤੀ ਵਿੱਚ ਸਮਾ ਜਾਣ ਵਾਲਾ ਹਾਂ। ਡੰਡੀ ਸੱਚਮੁੱਚ ਉਹਨਾਂ ਦਿਨਾਂ ਵਿੱਚ ਮੈਨੂੰ ਬਹੁਤ ਚਿੰਤਾ ਰਹਿੰਦੀ ਸੀ। ਡੰਡੀ ਜਦੋਂ ਬੱਦਲ ਗਰਜਦੇ ਮੈਨੂੰ ਬਿਜਲੀ ਨਾਲ ਮਰਨ ਦਾ ਡਰ ਲੱਗਦਾ। ਡੰਡੀ ਮੈਨੂੰ ਚਿੰਤਾ ਰਹਿੰਦੀ ਸੀ ਕਿ ਦੁੱਖ ਦੇ ਦਿਨਾਂ ਵਿੱਚ ਸਾਨੂੰ ਪੇਟ ਭਰ ਭੋਜਨ ਨਹੀਂ ਮਿਲੇਗਾ। ਡੰਡੀ ਮੈਨੂੰ ਇਸ ਗੱਲ ਦਾ ਵੀ ਡਰ ਸੀ ਕਿ ਸ਼ਾਮ ਵਾਈਟ, ਜੋ ਉਮਰ ਵਿੱਚ ਮੈਥੋਂ ਵੱਡਾ ਸੀ, ਮੇਰੇ ਵੱਡੇ ਵੱਡੇ ਕੰਨ ਵੱਢ ਸੁੱਟੇਗਾ। ਡੰਡੀ ਉਹ ਮੈਨੂੰ ਅਕਸਰ ਧਮਕਾਇਆ ਕਰਦਾ ਸੀ। ਡੰਡੀ ਮੈਨੂੰ ਇਸ ਗੱਲ ਦੀ ਵੀ ਚਿੰਤਾ ਰਹਿੰਦੀ ਸੀ ਕਿ ਅਭਿਵਾਦਨ ਕਰਨ 'ਤੇ ਲੜਕੀਆਂ ਮੇਰੀ ਹਾਸੀ ਉਡਾਉਣਗੀਆਂ। ਡੰਡੀ ਮੈਨੂੰ ਚਿੰਤਾ ਸੀ ਕਿ ਕੋਈ ਵੀ ਲੜਕੀ ਮੇਰੇ ਨਾਲ ਸ਼ਾਦੀ ਨਹੀਂ ਕਰੇਗੀ ਅਤੇ ਜੇ ਸ਼ਾਦੀ ਹੋ ਵੀ ਗਈ ਤਾਂ ਮੈਂ ਉਸ ਨਾਲ ਗੱਲਬਾਤ ਕਿਵੇਂ ਸ਼ੁਰੂ ਕਰਾਂਗਾ? ਪ੍ਰਸ਼ਨ ਚਿੰਨ੍ਹ। ਮੈਂ ਕਲਪਨਾ ਕਰਦਾ ਕਿ ਦਿਹਾਤੀ ਚਰਚ ਵਿੱਚ ਮੇਰਾ ਵਿਆਹ ਹੋਵੇਗਾ। ਝਾਲਰਦਾਰ ਗੱਡੀ ਵਿੱਚ ਬੈਠ ਕੇ ਅਸੀਂ ਆਪਣੇ ਫਾਰਮ ਜਾਵਾਂਗੇ, ਪਰ ਚਿੰਤਾ ਇਹ ਸੀ ਕਿ ਰਸਤੇ ਵਿੱਚ ਗੱਲਬਾਤ ਦਾ ਸਿਲਸਿਲਾ ਕਿਵੇਂ ਨਿਭਾਇਆ ਜਾਵੇਗਾ। ਪ੍ਰਸ਼ਨ ਚਿੰਨ੍ਹ। ਪਤਾ ਨਹੀਂ ਕੀ ਹੋਵੇਗਾ। ਪ੍ਰਸ਼ਨ ਚਿੰਨ੍ਹ। ਹੱਲ ਚਲਾਉਂਦੇ ਸਮੇਂ ਘੰਟਿਆਂ ਬੱਧੀ ਇਹਨਾਂ ਸਮੱਸਿਆਵਾਂ 'ਤੇ ਵਿਚਾਰ ਕਰਿਆ ਕਰਦਾ। ਡੰਡੀ ਭਰਾ ਪਰੰਤੂ ਜਿਉਂ-ਜਿਉਂ ਸਾਲ ਬੀਤਦੇ ਗਏ ਮੈਂ ਮਹਿਸੂਸ ਕਰਦਾ ਗਿਆ ਕਿ 90% ਚਿੰਤਾਵਾਂ ਇੱਕਦਮ ਬੇਕਾਰ ਸਨ। ਉਹ ਗੱਲਾਂ
ਕਦੇ ਨਹੀਂ ਹੋਈਆਂ ਡੰਡੀ। ਉਦਾਹਰਨ ਦੇ ਤੌਰ 'ਤੇ ਜਿਵੇਂ ਕਿ ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ, ਮੈਨੂੰ ਬਿਜਲੀ ਡਿੱਗਣ ਦਾ ਬਹੁਤ ਡਰ ਲੱਗਿਆ ਰਹਿੰਦਾ ਸੀ, ਪਰੰਤੂ ਅੱਜ ਮੈਂ ਜਾਣਦਾ ਹਾਂ ਕਿ ਨੈਸ਼ਨਲ ਸੇਫਟੀ ਕੌਂਸਲ ਦੇ ਅੰਕੜਿਆਂ ਦੇ ਅਨੁਸਾਰ 350,000 ਵਿਅਕਤੀਆਂ ਵਿੱਚੋਂ ਸਿਰਫ ਇੱਕ ਵਿਅਕਤੀ ਦੀ ਮੌਤ ਬਿਜਲੀ ਡਿੱਗਣ ਦੇ ਕਾਰਨ ਹੁੰਦੀ ਹੈ ਡੰਡੀ। ਇਸ ਤਰ੍ਹਾਂ ਜੇ ਮੇਰੇ ਮਰਨ ਦੀ ਸੰਭਾਵਨਾ ਸੀ, ਚਾਹੇ ਉਹ ਕਿਸੇ ਵੀ ਸਾਲ ਕਿਉਂ ਨਾ ਹੋਵੇ, ਤਾਂ ਸਿਰਫ ਉਨੀ ਹੀ ਡੰਡੀ। ਧਰਤੀ ਵਿੱਚ ਜਿੰਦਾ ਧੱਸ ਜਾਣ ਦਾ ਡਰ ਤਾਂ ਹੋਰ ਵੀ ਵਾਹੀਆਤ ਸੀ ਡੰਡੀ। ਮੇਰੇ ਖਿਆਲ ਵਿੱਚ 1 ਕਰੋੜ ਵਿਅਕਤੀਆਂ ਵਿੱਚੋਂ ਸਿਰਫ ਇੱਕ ਵਿਅਕਤੀ ਹੀ ਅਜਿਹੀ ਦੁਰਘਟਨਾ ਦਾ ਸ਼ਿਕਾਰ ਹੁੰਦਾ ਹੋਵੇਗਾ। ਫਿਰ ਵੀ ਇਸੇ ਡਰ ਦੇ ਕਾਰਨ ਮੈਂ ਇੱਕ ਵਾਰ ਰੋ ਪਿਆ ਸੀ ਡੰਡੀ। ਜੇ ਚਿੰਤਾ ਦਾ ਕੋਈ ਕਾਰਨ ਹੋਵੇ ਤਾਂ ਕੈਂਸਰ ਹੋਣਾ ਚਾਹੀਦਾ ਹੈ ਡੰਡੀ, ਕਿਉਂਕਿ ਹਰ 8 ਵਿਅਕਤੀਆਂ ਵਿੱਚੋਂ ਇੱਕ ਦੀ ਮੌਤ ਕੈਂਸਰ ਨਾਲ ਹੁੰਦੀ ਹੈ ਡੰਡੀ। ਮੇਰੀ ਚਿੰਤਾ ਦੀਆਂ ਇਹ ਸਾਰੀਆਂ ਗੱਲਾਂ ਉਸ ਅਵਸਥਾ ਦੀਆਂ ਹਨ ਜਦੋਂ ਮੈਂ ਛੋਟਾ ਸੀ ਡੰਡੀ, ਪਰੰਤੂ ਬਿਰਧ ਅਵਸਥਾ ਦੀਆਂ ਵੀ ਬਹੁਤ ਸਾਰੀਆਂ ਚਿੰਤਾਵਾਂ ਅਜਿਹੀਆਂ ਵਾਹੀਆਤ ਹੁੰਦੀਆਂ ਹਨ ਡੰਡੀ। ਜੇ ਅਸੀਂ ਲੰਮੇ ਸਮੇਂ ਤੱਕ ਆਪਣੀਆਂ ਚਿੰਤਾਵਾਂ 'ਤੇ ਖਿਜਣ ਛੱਡ ਕੇ ਔਸਤ ਨਿਯਮ ਨੂੰ ਲਾਗੂ ਕਰਕੇ ਚਿੰਤਾਵਾਂ ਦਾ ਕੋਈ ਕਾਰਨ ਜਾਣਨ ਦਾ ਯਤਨ ਕਰੀਏ ਤਾਂ ਸੱਚਮੁੱਚ 10 ਵਿੱਚੋਂ 9 ਚਿੰਤਾਵਾਂ ਆਪਣੇ ਆਪ ਹੀ ਮਿਟ ਜਾਣਗੀਆਂ ਡੰਡੀ। ਕਦੇ ਕਦੇ ਹੋਣ ਵਾਲੀਆਂ ਇਹਨਾਂ ਘਟਨਾਵਾਂ ਦੇ ਵਿਸ਼ੇ ਵਿੱਚ ਚਿੰਤਤ ਰਹਿਣ ਦੀ ਸਾਡੀ ਇਸ ਭੈੜੀ ਆਦਤ ਦੇ ਕਾਰਨ ਹੀ ਲੰਡਨ ਦੀ ਪ੍ਰਸਿੱਧ ਲਾਇਡਸ ਇੰਸ਼ੋਰੈਂਸ ਕੰਪਨੀ ਨੇ ਕਰੋੜਾਂ ਰੁਪਏ ਕਮਾ ਲਏ ਹਨ ਡੰਡੀ। ਲੰਡਨ ਦੀ ਇਹ ਇੰਸ਼ੋਰੈਂਸ ਕੰਪਨੀ ਲੋਕਾਂ ਨਾਲ ਸ਼ਰਤ ਲਾਉਂਦੀ ਹੈ ਕਿ ਭਾਵੀ ਬੁਰੇ ਪੱਖ ਦੀ ਤੁਹਾਡੀ ਚਿੰਤਾ ਨਿਰਮੂਲ ਹੈ ਡੰਡੀ। ਇਸ ਨੂੰ ਉਹ ਜੂਆ ਨਾ ਕਹਿ ਕੇ ਇੰਸ਼ੋਰੈਂਸ ਕਹਿੰਦੇ ਹਨ ਡੰਡੀ, ਪਰੰਤੂ ਇਹ ਜੂਆ ਹੀ ਹੈ ਜੋ ਔਸਤ ਨਿਯਮ 'ਤੇ ਆਧਾਰਿਤ ਹੈ ਡੰਡੀ। ਪਿਛਲੇ 2 ਸਾਲਾਂ ਤੋਂ ਇਹ ਇੰਸ਼ੋਰੈਂਸ ਕੰਪਨੀ ਫਲਦੀ ਫੁੱਲਦੀ ਆ ਰਹੀ ਹੈ ਤੇ ਜੇ ਮਨੁੱਖੀ ਸੁਭਾਅ ਵਿੱਚ ਤਬਦੀਲੀ ਨਾ ਹੋਈ ਤਾਂ ਆਉਣ ਵਾਲੇ 50 ਸਾਲਾਂ ਤੱਕ ਇਹ ਇਸੇ ਪ੍ਰਕਾਰ ਫਲਦੀ ਫੁੱਲਦੀ ਰਹੇਗੀ ਅਤੇ ਉਹਨਾਂ ਔਕੜਾਂ ਦੀ ਖਾਤਰ ਜੋ ਔਸਤ ਨਿਯਮ ਦੇ ਅਨੁਸਾਰ ਅਕਸਰ ਨਹੀਂ ਆਉਂਦੀਆਂ, ਜਹਾਜ਼ਾਂ, ਜੁੱਤਿਆਂ ਅਤੇ ਮੋਮ ਵਰਗੀਆਂ ਚੀਜ਼ਾਂ ਦਾ ਬੀਮਾ ਵੀ ਕਰਦੀ ਰਹੇਗੀ ਡੰਡੀ। ਪਿਛਲੀ ਪਤਝੜ ਦੇ ਦਿਨਾਂ ਦੀ ਗੱਲ ਹੈ ਡੰਡੀ। ਇੱਕ ਦਿਨ ਮੇਰਾ ਇੱਕ ਸਹਿਯੋਗੀ ਸੰਸਾਰ ਵਿੱਚ ਵਿਲੱਖਣ ਢੰਗ ਦੀਆਂ ਮੈਡੀਕਲ ਕਲਾਸਾਂ ਦੇ ਇੱਕ ਸਤਰ ਵਿੱਚ ਸ਼ਾਮਲ ਹੋਣ ਦੇ ਲਈ ਹਵਾਈ ਜਹਾਜ਼ ਦੁਆਰਾ ਬੋਸਟਨ ਪਹੁੰਚਿਆ ਡੰਡੀ। ਉੱਥੇ ਬੋਸਟਨ ਵਿੱਚ ਹਫ਼ਤੇ ਵਿੱਚ ਇੱਕ ਵਾਰ ਇਹ ਕਲਾਸਾਂ ਲੱਗਦੀਆਂ ਹਨ ਡੰਡੀ। ਜੋ ਬਿਮਾਰ ਇਸ ਵਿੱਚ ਭਾਗ ਲੈਂਦੇ ਹਨ ਉਹਨਾਂ ਦੀ ਠੀਕ ਤਰ੍ਹਾਂ ਨਾਲ ਜਾਂਚ ਕੀਤੀ ਜਾਂਦੀ ਹੈ, ਫਿਰ ਕਿਤੇ ਉਹਨਾਂ ਨੂੰ ਭਰਤੀ ਕੀਤਾ ਜਾਂਦਾ ਹੈ ਡੰਡੀ। ਪਰੰਤੂ ਅਸਲ ਵਿੱਚ ਉਹਨਾਂ ਕਲਾਸਾਂ ਵਿੱਚ ਮਨੋਵਿਗਿਆਨ, ਚਿਕਿਤਸਾ ਸੰਬੰਧੀ ਲੈਕਚਰ ਵਿਖਿਆਨ ਹੀ ਹੁੰਦੇ ਹਨ, ਜਦਕਿ
ਅਧਿਕਾਰਿਕ ਰੂਪ ਵਿੱਚ ਇਹ ਕਲਾਸ ਵਿਹਾਰਕ ਮਨੋਵਿਗਿਆਨ ਦੀ ਕਲਾਸ ਕਹਾਉਂਦੀ ਹੈ ਡੰਡੀ। ਪਰੰਤੂ ਇਸ ਦਾ ਅਸਲੀ ਉਦੇਸ਼ ਉਹਨਾਂ ਲੋਕਾਂ ਨੂੰ ਤੰਦਰੁਸਤੀ ਪ੍ਰਦਾਨ ਕਰਨਾ ਹੈ ਜੋ ਚਿੰਤਾ ਨਾਲ ਬਿਮਾਰ ਹਨ ਡੰਡੀ। ਉਹਨਾਂ ਬਿਮਾਰਾਂ ਵਿੱਚ ਜ਼ਿਆਦਾਤਰ ਅਸੰਤੁਲਿਤ ਮਨੋਵੇਗ ਵਾਲੀਆਂ ਗ੍ਰਹਿਣੀਆਂ ਹੁੰਦੀਆਂ ਹਨ ਡੰਡੀ। ਪੈਰਾ ਚਿੰਤਤ ਲੋਕਾਂ ਦੇ ਲਈ ਇਹ ਕਲਾਸ ਕਿਵੇਂ ਆਰੰਭ ਹੋਈ? ਡਾਕਟਰ ਜੋਸੇਫ ਐਚ ਗ੍ਰਾਂਟ ਸਰ ਵਿਲੀਅਮ ਆਸਲਰ ਦੇ ਸ਼ਿਸ਼ ਸਨ ਡੰਡੀ। ਉਹਨਾਂ ਨੂੰ ਪਤਾ ਚੱਲਿਆ ਕਿ ਬੋਸਟਨ ਡਿਸਪੈਂਸਰੀ ਵਿੱਚ ਆਉਣ ਵਾਲੇ ਬਹੁਤ ਸਾਰੇ ਰੋਗੀਆਂ ਵਿੱਚ ਸਰੀਰਕ ਦ੍ਰਿਸ਼ਟੀ ਨਾਲ ਕੋਈ ਬਿਮਾਰੀ ਨਹੀਂ ਹੁੰਦੀ, ਫਿਰ ਵੀ ਉਹਨਾਂ ਵਿੱਚ ਉਹ ਸਾਰੇ ਲੱਛਣ ਉਸੇ ਤਰ੍ਹਾਂ ਰਹਿੰਦੇ ਹਨ ਜੋ ਸਰੀਰ ਵਿੱਚ ਹੋ ਸਕਦੇ ਹਨ ਡੰਡੀ। ਇੱਕ ਇਸਤਰੀ ਦੇ ਹੱਥ ਆਰਥਰਾਈਟਸ ਨਾਲ ਇੰਨੇ ਅਪੰਗ ਹੋ ਗਏ ਸਨ ਕਿ ਉਸ ਤੋਂ ਕੋਈ ਕੰਮ ਨਹੀਂ ਹੁੰਦਾ ਸੀ ਡੰਡੀ। ਦੂਸਰੀ ਇਸਤਰੀ ਉਦਰ ਕੈਂਸਰ ਦੇ ਤੇਜ਼ ਲੱਛਣਾਂ ਨਾਲ ਪੀੜਤ ਸੀ ਡੰਡੀ। ਤੀਸਰੀ ਇਸਤਰੀ ਸਿਰ ਦਰਦ, ਪਿੱਠ ਦਰਦ ਅਤੇ ਹੋਰ ਅਨਿਸ਼ਚਿਤ ਰੋਗਾਂ ਨਾਲ ਪੀੜਤ ਸੀ ਡੰਡੀ। ਪਰ ਲੰਮੇ ਅਰਸੇ ਤੋਂ ਚੱਲੀ ਆ ਰਹੀ ਥਕਾਨ ਨਾਲ ਉਹ ਚੂਰ ਸੀ ਡੰਡੀ। ਉਸਨੂੰ ਸੱਚਮੁੱਚ ਪੀੜਾ ਹੁੰਦੀ ਸੀ ਡੰਡੀ। ਪਰੰਤੂ ਸਾਰੇ ਮੈਡੀਕਲ ਟੈਸਟਾਂ ਦੇ ਬਾਅਦ ਪਤਾ ਚੱਲਿਆ ਕਿ ਉਹਨਾਂ ਇਸਤਰੀਆਂ ਨੂੰ ਸਰੀਰਕ ਦ੍ਰਿਸ਼ਟੀ ਨਾਲ ਕੋਈ ਬਿਮਾਰੀ ਨਹੀਂ ਸੀ ਡੰਡੀ। ਬਹੁਤ ਸਾਰੇ ਤੰਗ ਖਿਆਲਾਂ ਵਾਲੇ ਡਾਕਟਰ ਇਸ ਨੂੰ ਕੋਰੀ ਕਲਪਨਾ ਜਾਂ ਦਿਮਾਗੀ ਫਤੂਰ ਕਹਿਣਗੇ ਡੰਡੀ। ਪਰੰਤੂ ਡਾਕਟਰ ਪ੍ਰਿੰਟ ਨੇ ਮਹਿਸੂਸ ਕੀਤਾ ਕਿ ਰੋਗੀਆਂ ਨੂੰ ਇਹ ਕਹਿਣਾ ਕਿ ਘਰ ਜਾਓ ਅਤੇ ਆਪਣੀ ਪੀੜਾ ਭੁੱਲ ਜਾਓ ਵਿਅਰਥ ਹੈ ਡੰਡੀ। ਉਹ ਜਾਣਦੇ ਸਨ ਕਿ ਉਹਨਾਂ ਇਸਤਰੀਆਂ ਵਿੱਚੋਂ ਬਹੁਤ ਸਾਰੀਆਂ ਬਿਮਾਰ ਹੋਣਾ ਨਹੀਂ ਚਾਹੁੰਦੀਆਂ ਸਨ ਡੰਡੀ। ਜੇ ਆਪਣੀਆਂ ਬਿਮਾਰੀਆਂ ਨੂੰ ਭੁੱਲਣਾ ਇੰਨਾ ਸਰਲ ਹੁੰਦਾ ਤਾਂ ਉਹ ਖੁਦ ਹੀ ਭੁੱਲ ਜਾਂਦੀਆਂ ਡੰਡੀ। ਫਿਰ ਕੀ ਕੀਤਾ ਜਾਂਦਾ? ਪ੍ਰਸ਼ਨ ਚਿੰਨ੍ਹ। ਉਹਨਾਂ ਨੇ ਆਪਣੀ ਕਲਾਸ ਖੋਲ੍ਹੀ ਡੰਡੀ। ਬਹੁਤ ਸਾਰੇ ਮੈਡੀਕਲ ਖੇਤਰ ਦੇ ਲੋਕਾਂ ਨੂੰ ਇਸ ਦੀ ਸਫਲਤਾ 'ਤੇ ਸ਼ੱਕ ਹੋਇਆ ਡੰਡੀ। ਪਰੰਤੂ ਕਲਾਸ ਨੇ ਖੂਬ ਕੰਮ ਕਰ ਵਿਖਾਇਆ ਡੰਡੀ। ਕਲਾਸ ਦੀ ਸ਼ੁਰੂਆਤ ਹੋਏ 18 ਸਾਲ ਹੋਏ ਹਨ ਅਤੇ ਇਸ ਅਰਸੇ ਵਿੱਚ ਹਜ਼ਾਰਾਂ ਬਿਮਾਰ ਕਲਾਸ ਵਿੱਚ ਹਾਜ਼ਰ ਰਹਿ ਕੇ ਸਵਾਸਥ ਲਾਭ ਪ੍ਰਾਪਤ ਕਰ ਚੁੱਕੇ ਹਨ ਡੰਡੀ। ਕੁਝ ਬਿਮਾਰ ਤਾਂ ਵਰ੍ਹਿਆਂ ਤੋਂ ਇਸ ਕਲਾਸ ਵਿੱਚ ਹਾਜ਼ਰ ਰਹਿੰਦੇ ਆ ਰਹੇ ਹਨ ਡੰਡੀ। ਉਸੇ ਸ਼ਰਧਾ ਨਾਲ ਜਿਵੇਂ ਕਿ ਉਹ ਚਰਚ ਵਿੱਚ ਜਾਂਦੇ ਹਨ ਡੰਡੀ। ਮੇਰੀ ਸਹਿਯੋਗੀ ਨੇ ਇੱਕ ਔਰਤ ਨਾਲ ਗੱਲਬਾਤ ਕੀਤੀ ਜੋ ਸਾਲਾਂ ਤੋਂ ਲਗਾਤਾਰ ਉਹਨਾਂ ਕਲਾਸਾਂ ਵਿੱਚ ਹਾਜ਼ਰ ਰਹਿੰਦੀ ਆਈ ਹੈ ਡੰਡੀ। ਉਸਨੇ ਦੱਸਿਆ ਕਿ ਜਦ ਉਹ ਪਹਿਲੀ ਵਾਰ ਕਲੀਨਿਕ ਵਿੱਚ ਗਈ ਉਸਨੂੰ ਪੂਰਾ ਵਿਸ਼ਵਾਸ ਹੋ ਗਿਆ ਸੀ ਕਿ ਉਸਨੂੰ ਗੁਰਦੇ ਅਤੇ ਦਿਲ ਦੀ ਕੁਝ ਬਿਮਾਰੀ ਹੈ ਡੰਡੀ। ਉਹ ਇੰਨੀ ਚਿੰਤਤ ਅਤੇ ਤਣਾਅਪੂਰਨ ਹਾਲਤ ਵਿੱਚ ਸੀ ਕਿ ਕਦੇ-ਕਦੇ ਉਸਨੂੰ ਦਿਖਾਈ ਤੱਕ ਨਹੀਂ ਦਿੰਦਾ ਸੀ ਅਤੇ ਅੱਖਾਂ ਦੇ ਅੱਗੇ ਹਨੇਰਾ ਛਾ ਜਾਂਦਾ ਸੀ ਡੰਡੀ। ਪਰੰਤੂ ਅੱਜ ਉਹ ਪ੍ਰਸੰਨ ਚਿੱਤ ਹੈ ਡੰਡੀ। ਉਸ ਵਿੱਚ ਜੀਵਨ ਦਾ ਵਿਸ਼ਵਾਸ ਹੈ ਅਤੇ ਜਦੋਂ ਮੈਂ ਉਸਨੂੰ ਦੇਖਿਆ ਉਸ ਦਾ ਸਵਾਸਥ ਵੀ ਉੱਤਮ ਸੀ ਡੰਡੀ। ਉਸਦੀ ਗੋਦ ਵਿੱਚ ਉਸਦਾ ਪੋਤਰਾ ਸੌਂ ਰਿਹਾ ਸੀ ਡੰਡੀ। ਪਰ ਲੱਗਦਾ ਸੀ
ਜਿਵੇਂ ਉਸਦੀ ਉਮਰ 40 ਦੇ ਲਗਭਗ ਹੀ ਹੋਵੇ। ਡੰਡੀ। ਉਸਨੇ ਕਿਹਾ, ਮੈਂ ਚਿੰਤਤ ਰਹਿੰਦੀ ਸੀ, ਇਸ ਲਈ ਜ਼ਿਆਦਾ ਜਿਉਣਾ ਨਹੀਂ ਚਾਹੁੰਦੀ ਸੀ। ਡੰਡੀ। ਪਰੰਤੂ ਇਸ ਕਲੀਨਿਕ ਵਿੱਚ ਆਉਣ 'ਤੇ ਮੈਨੂੰ ਚਿੰਤਾ ਦੀ ਨਿਸਾਰਤਾ ਦਾ ਪਤਾ ਲੱਗਿਆ। ਡੰਡੀ। ਮੈਂ ਚਿੰਤਾ ਛੱਡ ਦਿੱਤੀ। ਡੰਡੀ। ਮੈਂ ਇਮਾਨਦਾਰੀ ਨਾਲ ਕਹਿੰਦੀ ਹਾਂ ਕਿ ਮੇਰਾ ਜੀਵਨ ਹੁਣ ਸੁਖੀ ਹੈ। ਡੰਡੀ। ਕਲਾਸ ਦੇ ਮੈਡੀਕਲ ਸਲਾਹਕਾਰ ਡਾਕਟਰ ਰੋਸ ਹਿਲਫਡਰਿਗ ਨੇ ਕਿਹਾ ਕਿ ਉਸਦੀ ਰਾਏ ਵਿੱਚ ਚਿੰਤਾ ਤੋਂ ਹਲਕਾ ਹੋਣ ਦਾ ਇੱਕ ਉੱਤਮ ਉਪਾਅ ਇਹ ਹੈ ਕਿ ਤੁਸੀਂ ਆਪਣੇ ਕਸ਼ਟਾਂ ਨੂੰ ਆਪਣੇ ਵਿਸ਼ਵਾਸਯੋਗ ਵਿਅਕਤੀ ਨੂੰ ਕਹਿ ਸੁਣਾਓ। ਡੰਡੀ। ਅਸੀਂ ਇਸ ਪ੍ਰਣਾਲੀ ਨੂੰ ਕੈਥਰਿਸ ਕਹਿੰਦੇ ਹਾਂ। ਡੰਡੀ। ਉਸਨੇ ਦੱਸਿਆ, ਜਦੋਂ ਰੋਗੀ ਇੱਥੇ ਆਉਂਦੇ ਹਨ ਤਾਂ ਉਹ ਆਪਣੇ ਕਸ਼ਟਾਂ ਨੂੰ ਵਿਸਤਾਰ ਨਾਲ ਕਹਿ ਦਿੰਦੇ ਹਨ ਅਤੇ ਇਸ ਪ੍ਰਕਾਰ ਉਹਨਾਂ ਨੂੰ ਆਪਣੇ ਦਿਮਾਗ ਤੋਂ ਬਾਹਰ ਕਰਦੇ ਹਨ। ਡੰਡੀ। ਚਿੰਤਾਵਾਂ ਨੂੰ ਲੈ ਕੇ ਉਸ 'ਤੇ ਸੋਚਦੇ ਰਹਿਣ ਅਤੇ ਆਪਣੇ ਤੱਕ ਹੀ ਸੀਮਤ ਰੱਖਣ ਨਾਲ ਤਣਾਅ ਪ੍ਰਬਲ ਹੋ ਜਾਂਦਾ ਹੈ। ਡੰਡੀ। ਮੇਰੇ ਸਹਿਯੋਗੀ ਨੇ ਦੱਸਿਆ ਕਿ ਆਪਣੇ ਕਸ਼ਟਾਂ ਨੂੰ ਦੂਸਰੇ ਸਾਹਮਣੇ ਪ੍ਰਗਟ ਕਰਕੇ ਇੱਕ ਔਰਤ ਨੂੰ ਕਿੰਨੀ ਸ਼ਕਤੀ ਪ੍ਰਾਪਤ ਹੋਈ। ਡੰਡੀ। ਉਸਦੀਆਂ ਆਪਣੀਆਂ ਘਰ ਗ੍ਰਸਥੀ ਦੀਆਂ ਚਿੰਤਾਵਾਂ ਸਨ। ਡੰਡੀ। ਜਦੋਂ ਉਸਨੇ ਗੱਲ ਸ਼ੁਰੂ ਕੀਤੀ ਤਾਂ ਉਹ ਬੜੀ ਉਤੇਜਿਤ ਸੀ, ਪਰੰਤੂ ਅੰਤ ਵਿੱਚ ਤਾਂ ਉਹ ਮੁਸਕਰਾਉਣ ਵੀ ਲੱਗੀ ਸੀ ਤਾਂ ਕਿ ਉਸਦੀ ਸਮੱਸਿਆ ਸੁਲਝ ਚੁੱਕੀ ਸੀ। ਨਹੀਂ, ਉਹ ਇੰਨੀ ਸਰਲ ਕਿੱਥੇ ਸੀ। ਡੰਡੀ। ਉਸਦੇ ਵਿਹਾਰ ਵਿੱਚ ਤਬਦੀਲੀ ਇਸ ਲਈ ਹੋਈ ਕਿ ਉਹ ਆਪਣਾ ਦੁੱਖੜਾ ਦੂਸਰੇ ਨੂੰ ਸੁਣਾ ਸਕੀ ਅਤੇ ਦੂਸਰੇ ਦੀ ਸਲਾਹ 'ਤੇ ਹਮਦਰਦੀ ਪ੍ਰਾਪਤ ਕਰ ਸਕੀ। ਡੰਡੀ। ਜ਼ਖਮਾਂ ਸ਼ਬਦਾਂ ਵਿੱਚ ਜ਼ਖਮ ਭਰਨ ਦੀ ਬੜੀ ਸ਼ਕਤੀ ਹੈ ਅਤੇ ਇਸ ਲਈ ਉਸ ਵਿੱਚ ਤਬਦੀਲੀ ਆ ਗਈ ਸੀ। ਡੰਡੀ। ਸੋ ਭਵਿੱਖ ਵਿੱਚ ਜਦੋਂ ਕਦੇ ਅਸੀਂ ਮਾਨਸਿਕ ਸੰਕਟ ਵਿੱਚ ਹੋਈਏ, ਸਾਨੂੰ ਚਾਹੀਦਾ ਹੈ ਕਿ ਆਪਣੀ ਗੱਲ ਉਗਲ ਦੇਣ ਦੇ ਲਈ ਆਪਣੇ ਆਸ-ਪਾਸ ਕਿਸੇ ਨੂੰ ਖੋਜ ਲਈਏ। ਮੇਰਾ ਮਤਲਬ ਇਹ ਨਹੀਂ ਕਿ ਅਸੀਂ ਹਰੇਕ ਦੇ ਸਾਹਮਣੇ ਆਪਣਾ ਦੁੱਖੜਾ ਰੋਂਦੇ ਫਿਰੀਏ ਜਾਂ ਸ਼ਿਕਵਾ ਸ਼ਿਕਾਇਤ ਕਰਨ ਲੱਗੀਏ। ਡੰਡੀ। ਮੈਂ ਇਹ ਵੀ ਨਹੀਂ ਕਹਿੰਦਾ ਕਿ ਆਪਣੀ ਕਮਜ਼ੋਰੀ ਦੂਸਰਿਆਂ ਨੂੰ ਦੱਸ ਕੇ ਤੁਸੀਂ ਆਪਣੇ ਆਪ ਦੇ ਲਈ ਖਤਰਨਾਕ ਬਣ ਜਾਓ। ਡੰਡੀ। ਤੁਹਾਨੂੰ ਇਹ ਕਰਨਾ ਚਾਹੀਦਾ ਹੈ ਕਿ ਤੁਸੀਂ ਇੱਕ ਵਿਸ਼ਵਾਸ ਪਾਤਰ ਵਿਅਕਤੀ ਨੂੰ ਖੋਜ ਲਵੋ ਅਤੇ ਉਸ ਨੂੰ ਆਪਣੀਆਂ ਸਾਰੀਆਂ ਗੱਲਾਂ ਕਹਿ ਦੇਵੋ। ਡੰਡੀ। ਚਾਹੇ ਉਹ ਤੁਹਾਡਾ ਸੰਬੰਧੀ ਹੋਵੇ, ਡਾਕਟਰ ਹੋਵੇ, ਵਕੀਲ ਹੋਵੇ ਜਾਂ ਧਰਮ ਗੁਰੂ ਹੋਵੇ। ਡੰਡੀ। ਉਸ ਵਿਅਕਤੀ ਨੂੰ ਮਿਲ ਕੇ ਕਹੋ, ਮੈਨੂੰ ਤੁਹਾਡੀ ਸਲਾਹ ਚਾਹੀਦੀ ਹੈ। ਡੰਡੀ। ਮੇਰੀ ਆਪਣੀ ਇੱਕ ਸਮੱਸਿਆ ਹੈ ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਉਸ ਨੂੰ ਧਿਆਨ ਨਾਲ ਸੁਣੋਗੇ। ਡੰਡੀ। ਸੰਭਵ ਹੈ ਤੁਸੀਂ ਮੈਨੂੰ ਉਚਿਤ ਰਾਏ ਦੇ ਸਕੋਗੇ। ਡੰਡੀ। ਸੰਭਵ ਹੈ ਤੁਸੀਂ ਇਸ ਨੂੰ ਉਸ ਸਹੀ ਦ੍ਰਿਸ਼ਟੀਕੋਣ ਨਾਲ ਦੇਖ ਸਕੋ ਜਿਸ ਨਾਲ ਮੈਂ ਨਾ ਦੇਖ ਪਾਉਂਦਾ ਹੋਵਾਂ ਅਤੇ ਜੇ ਤੁਸੀਂ ਇਸ ਸੰਬੰਧ ਵਿੱਚ ਕੁਝ ਵੀ ਨਾ ਕਰ ਸਕੋ ਤਾਂ ਵੀ ਜੇ ਮੇਰੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਲਵੋਗੇ ਤਾਂ ਮੈਨੂੰ ਬੜੀ ਸਹਾਇਤਾ ਮਿਲੇਗੀ। ਡੰਡੀ। ਆਪਣੀ ਗੱਲ ਕਹਿ ਦਿਓ, ਇਹ ਬੋਸਟਨ ਡਿਸਪੈਂਸਰੀ ਕਲਾਸ ਦੀ ਮੁੱਖ ਚਿਕਿਤਸਾ ਵਿਧੀ ਹੈ। ਡੰਡੀ। ਪਰੰਤੂ ਕੁਝ ਹੋਰ ਵਿਧੀਆਂ ਵੀ ਹਨ ਜੋ ਅਸੀਂ ਇਸ ਕਲਾਸ ਤੋਂ ਸਿੱਖੀਆਂ ਹਨ। ਡੰਡੀ। ਇਹਨਾਂ ਦਾ ਪ੍ਰਯੋਗ ਇੱਕ ਗ੍ਰਹਿਣੀ ਦੀ ਹੈਸੀਅਤ ਨਾਲ ਤੁਸੀਂ ਆਪਣੇ
ਘਰ ਬੈਠੇ ਹੀ ਕਰ ਸਕਦੇ ਹੋ। ਡੰਡੀ। ਆਪਣੇ ਕੋਲ ਇੱਕ ਡਾਇਰੀ ਰੱਖੋ ਜਿਸ ਨੂੰ ਤੁਸੀਂ ਮਨ ਬਹਿਲਾਉਣ ਅਤੇ ਪ੍ਰੇਰਨਾ ਲੈਣ ਦੇ ਲਈ ਪੜ੍ਹ ਸਕੋ। ਡੰਡੀ। ਉਸ ਡਾਇਰੀ ਵਿੱਚ ਤੁਸੀਂ ਸਾਰੀਆਂ ਕਵਿਤਾਵਾਂ, ਛੋਟੀਆਂ ਛੋਟੀਆਂ ਪ੍ਰਾਰਥਨਾਵਾਂ ਅਤੇ ਉਦਾਹਰਨਾਂ ਜੋ ਵਿਅਕਤੀਗਤ ਰੂਪ ਵਿੱਚ ਤੁਹਾਡੇ ਦਿਲ ਨੂੰ ਛੂਹ ਗਈਆਂ ਹੋਣ ਲਿਖ ਲਵੋ। ਡੰਡੀ। ਜਿਸ ਦਿਨ ਤੁਹਾਨੂੰ ਕਲੇਸ਼ ਹੋਵੇ ਤੁਸੀਂ ਉਸ ਨੂੰ ਮਿਟਾਉਣ ਦੇ ਲਈ ਇਸ ਡਾਇਰੀ ਤੋਂ ਇਲਾਜ ਪ੍ਰਾਪਤ ਕਰ ਸਕਦੇ ਹੋ। ਡੰਡੀ। ਇਸ ਡਿਸਪੈਂਸਰੀ ਦੇ ਅਨੇਕਾਂ ਬਿਮਾਰਾਂ ਨੇ ਵਰ੍ਹਿਆਂ ਤੱਕ ਐਸੀਆਂ ਡਾਇਰੀਆਂ ਰੱਖੀਆਂ ਹਨ। ਡੰਡੀ। ਉਹਨਾਂ ਦਾ ਕਹਿਣਾ ਹੈ ਕਿ ਐਸੀ ਡਾਇਰੀ ਤੁਹਾਡੇ ਵਿੱਚ ਅਧਿਆਤਮਿਕ ਸ਼ਕਤੀ ਦਾ ਸੰਚਾਰ ਕਰੇਗੀ। ਡੰਡੀ। ਦੂਸਰਿਆਂ ਦੇ ਦੋਸ਼ਾਂ 'ਤੇ ਬਹੁਤ ਜ਼ਿਆਦਾ ਧਿਆਨ ਨਾ ਦਿਓ। ਇਹ ਠੀਕ ਹੈ ਕਿ ਤੁਹਾਡੇ ਪਤੀ ਵਿੱਚ ਦੋਸ਼ ਹਨ। ਡੰਡੀ। ਜੇ ਉਹ ਸੰਤ ਹੁੰਦਾ ਤਾਂ ਤੁਹਾਡੇ ਨਾਲ ਕਦੇ ਵਿਆਹ ਹੀ ਨਾ ਕਰਦਾ। ਡੰਡੀ। ਉਸ ਕਲਾਸ ਵਿੱਚ ਇੱਕ ਇਸਤਰੀ ਅਜਿਹੀ ਸੀ ਜੋ ਦਿਨ ਪ੍ਰਤੀ ਦਿਨ ਝਗੜਾਲੂ ਅਤੇ ਗਾਲਦ ਰਾਜ ਹੁੰਦੀ ਜਾ ਰਹੀ ਸੀ। ਡੰਡੀ। ਉਸ ਦੇ ਚਿਹਰੇ 'ਤੇ ਕੁੜੱਤਣ ਉਭਰਨ ਲੱਗੀ ਸੀ। ਡੰਡੀ। ਉਸ ਨੂੰ ਇੱਕ ਛੋਟਾ ਜਿਹਾ ਸਵਾਲ ਪੁੱਛਿਆ ਗਿਆ, ਜੇ ਤੇਰਾ ਪਤੀ ਮਰ ਜਾਵੇ ਤਾਂ ਤੂੰ ਕੀ ਕਰੇਂਗੀ? ਇਸ ਵਿਚਾਰ ਮਾਤਰ ਨਾਲ ਉਸ ਨੂੰ ਇੱਕ ਐਸਾ ਧੱਕਾ ਲੱਗਾ ਕਿ ਤਤਕਾਲ ਹੀ ਉਹ ਬੈਠ ਕੇ ਆਪਣੇ ਪਤੀ ਦੀਆਂ ਅਛਾਈਆਂ ਦੀ ਸੂਚੀ ਤਿਆਰ ਕਰਨ ਵਿੱਚ ਲੱਗ ਗਈ। ਡੰਡੀ। ਉਸਨੇ ਖਾਸੀ ਵੱਡੀ ਸੂਚੀ ਤਿਆਰ ਕਰ ਲਈ। ਡੰਡੀ। ਤੁਹਾਨੂੰ ਵੀ ਜਦੋਂ ਲੱਗੇ ਕਿ ਤੁਹਾਡਾ ਪਤੀ ਇੱਕ ਕੰਜੂਸ ਅਤੇ ਦੁਸ਼ਟ ਹੈ ਤੁਸੀਂ ਵੀ ਇਸ ਪ੍ਰਯੋਗ ਦਾ ਉਪਯੋਗ ਕਰੋ। ਡੰਡੀ। ਸੰਭਵ ਹੈ ਕਿ ਉਸਦੇ ਗੁਣ ਜਾਣ ਲੈਣ ਦੇ ਬਾਅਦ ਤੁਸੀਂ ਅਨੁਭਵ ਕਰਨ ਲੱਗੋਗੇ ਕਿ ਤੁਸੀਂ ਉਸ ਨੂੰ ਚਾਹੁੰਦੇ ਹੋ। ਡੰਡੀ। ਆਪਣੇ ਪੜੋਸੀ ਵਿੱਚ ਖੂਬ ਦਿਲਚਸਪੀ ਲਵੋ। ਡੰਡੀ। ਪੜੋਸ ਵਿੱਚ ਰਹਿਣ ਵਾਲੇ ਲੋਕਾਂ ਨਾਲ ਮਿੱਤਰਤਾ ਦਾ ਵਿਹਾਰ ਕਰੋ। ਡੰਡੀ। ਇੱਕ ਬਿਮਾਰ ਇਸਤਰੀ ਕਿਸੇ ਮਿੱਤਰ ਦੀ ਥੁੜ ਵਿੱਚ ਆਪਣੇ ਆਪ ਨੂੰ ਇਕੱਲੀ ਅਨੁਭਵ ਕਰਦੀ ਸੀ। ਇਸ ਲਈ ਉਸ ਨੂੰ ਕਿਹਾ ਗਿਆ ਕਿ ਹੁਣ ਤੋਂ ਜਿਸ ਵਿਅਕਤੀ ਨੂੰ ਉਹ ਦੇਖੇ ਉਸ ਦੇ ਵਿਸ਼ੇ ਵਿੱਚ ਇੱਕ ਕਹਾਣੀ ਤਿਆਰ ਕਰਨ ਦਾ ਯਤਨ ਕਰੇ। ਡੰਡੀ। ਇੱਕ ਗੱਡੀ ਵਿੱਚ ਬੈਠੇ ਉਸਨੇ ਮੁਹੱਲੇ ਦੇ ਲੋਕਾਂ ਦੀ ਪਿੱਠ ਭੂਮੀ ਅਤੇ ਉਹਨਾਂ ਦੇ ਵਾਤਾਵਰਣ ਦੇ ਵਿਸ਼ੇ ਵਿੱਚ ਸੋਚਣਾ ਆਰੰਭ ਕੀਤਾ। ਡੰਡੀ। ਉਹ ਉਹਨਾਂ ਦੇ ਜੀਵਨ ਦੇ ਵਿਸ਼ੇ ਵਿੱਚ ਕਲਪਨਾਵਾਂ ਕਰਨ ਲੱਗੀ। ਡੰਡੀ। ਨਤੀਜਾ ਇਹ ਹੋਇਆ ਕਿ ਉਹ ਕਿਤੇ ਵੀ ਲੋਕਾਂ ਨਾਲ ਗੱਲਾਂ ਕਰਨ ਲੱਗ ਜਾਂਦੀ। ਡੰਡੀ। ਆਪਣੇ ਇਸ ਵਿਹਾਰ ਨਾਲ ਅੱਜ ਉਹ ਇੱਕ ਆਕਰਸ਼ਕ, ਪ੍ਰਸੰਨ ਅਤੇ ਫੁਰਤੀਲੀ ਇਸਤਰੀ ਬਣ ਗਈ ਹੈ ਅਤੇ ਪੀੜਾ ਤੋਂ ਮੁਕਤ ਹੈ। ਡੰਡੀ। ਸੌਣ ਤੋਂ ਪਹਿਲਾਂ ਦੂਸਰੇ ਦਿਨ ਦੇ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕਰ ਲਵੋ। ਡੰਡੀ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਕਲਾਸ ਦੇ ਸੰਚਾਲਕਾਂ ਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਅਨੇਕ ਇਸਤਰੀਆਂ ਉਹਨਾਂ ਘਰੇਲੂ ਕੰਮਾਂ ਤੋਂ ਜੋ ਕਦੇ ਸਮਾਪਤ ਹੀ ਨਹੀਂ ਹੁੰਦੇ ਪਰੇਸ਼ਾਨ ਅਤੇ ਥੱਕੀਆਂ ਹਾਰੀਆਂ ਰਹਿੰਦੀਆਂ ਹਨ। ਡੰਡੀ। ਉਹਨਾਂ ਦੇ ਕੰਮ ਦਾ ਕਦੇ ਅੰਤ ਨਹੀਂ ਆਉਂਦਾ। ਡੰਡੀ। ਸਮੇਂ ਦਾ ਭੂਤ ਉਹਨਾਂ ਦੇ ਹਰ ਵਕਤ ਸਵਾਰ ਰਹਿੰਦਾ ਹੈ। ਡੰਡੀ। ਇਸ ਉਤਾਵਲ ਅਤੇ ਚਿੰਤਾ ਦੀ ਦਿਸ਼ਾ ਨੂੰ ਮਿਟਾਉਣ ਦੇ ਲਈ ਉਹਨਾਂ ਨੂੰ ਸੁਝਾਇਆ ਗਿਆ ਕਿ ਉਹ ਦੂਸਰੇ ਦਿਨ ਦੇ ਲਈ ਰਾਤ ਨੂੰ ਪ੍ਰੋਗਰਾਮ ਨਿਸ਼ਚਿਤ ਕਰ ਲੈਣ। ਡੰਡੀ। ਨਤੀਜਾ ਇਹ ਹੋਇਆ ਕਿ ਉਹ ਜ਼ਿਆਦਾ ਕੰਮ ਪੂਰਾ ਕਰ ਸਕੀਆਂ ਅਤੇ ਉਹ ਘੱਟ
ਥਕਾਨ ਨਾਲ ਡੰਡੀ। ਉਹਨਾਂ ਵਿੱਚ ਗਰਵ ਅਤੇ ਸਫਲਤਾ ਦੀ ਭਾਵਨਾ ਪੈਦਾ ਹੋਈ ਡੰਡੀ। ਆਰਾਮ ਅਤੇ ਹਾਰ ਸ਼ਿੰਗਾਰ ਦੇ ਲਈ ਵੀ ਉਹ ਸਮਾਂ ਬਚਾ ਸਕੀਆਂ। ਹਰ ਇੱਕ ਇਸਤਰੀ ਨੂੰ ਦਿਨ ਵਿੱਚ ਕੁਝ ਸਮਾਂ ਬਣਾਓ ਸ਼ਿੰਗਾਰ ਦੇ ਲਈ ਕੱਢਣਾ ਹੀ ਚਾਹੀਦਾ ਹੈ ਤਾਂ ਕਿ ਉਹ ਆਕਰਸ਼ਕ ਬਣ ਸਕੇ। ਮੇਰਾ ਆਪਣਾ ਵਿਚਾਰ ਹੈ ਕਿ ਜਦੋਂ ਤੱਕ ਇਸਤਰੀ ਖੁਦ ਨੂੰ ਆਕਰਸ਼ਕ ਮਹਿਸੂਸ ਕਰਦੀ ਰਹੇ ਉਸ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਡੰਡੀ। ਅੰਤ ਵਿੱਚ ਤਣਾਅ ਅਤੇ ਥਕਾਨ ਤੋਂ ਦੂਰ ਰਹੋ। ਆਰਾਮ ਕਰੋ। ਆਰਾਮ ਨਹੀਂ ਤਾਂ ਤਣਾਅ ਅਤੇ ਥਕਾਨ ਦੇ ਕਾਰਨ ਤੁਸੀਂ ਜਲਦੀ ਹੀ ਬਿਰਧ ਦਿਖਣ ਲੱਗੋਗੇ ਅਤੇ ਤੁਹਾਡਾ ਆਕਰਸ਼ਣ ਅਤੇ ਸੁੰਦਰਤਾ ਨਸ਼ਟ ਹੋ ਜਾਵੇਗੀ ਡੰਡੀ। ਸਰੀਰਕ ਆਰਾਮ 'ਤੇ ਇੰਨਾ ਬਲ ਕਿਉਂ ਦਿੱਤਾ ਗਿਆ? ਪ੍ਰਸ਼ਨ ਚਿੰਨ੍ਹ। ਇਸ ਲਈ ਕਿ ਡਾਕਟਰਾਂ ਦੀ ਤਰ੍ਹਾਂ ਕਲੀਨਿਕ ਵੀ ਜਾਣਦਾ ਹੈ ਕਿ ਅਸੀਂ ਲੋਕਾਂ ਨੂੰ ਚਿੰਤਾ ਤੋਂ ਛੁਟਕਾਰਾ ਦਿਵਾਉਣਾ ਹੈ ਤਾਂ ਉਹਨਾਂ ਨੂੰ ਆਰਾਮ ਦੇਣਾ ਹੋਵੇਗਾ ਡੰਡੀ। ਗ੍ਰਹਿਣੀ ਦੇ ਨਾਤੇ ਤੁਹਾਨੂੰ ਆਰਾਮ ਕਰਨਾ ਚਾਹੀਦਾ ਹੈ ਡੰਡੀ। ਇਸ ਨਾਲ ਤੁਹਾਨੂੰ ਬਹੁਤ ਵੱਡਾ ਲਾਭ ਹੋਵੇਗਾ ਅਤੇ ਉਹ ਇਹ ਹੈ ਕਿ ਤੁਸੀਂ ਜਦੋਂ ਅਤੇ ਜਿੱਥੇ ਚਾਹੋ ਲੇਟ ਸਕੋਗੇ ਡੰਡੀ। ਫਿਰ ਚਾਹੇ ਫਰਸ਼ ਹੈ ਤਾਂ ਹੀ ਕਿਉਂ ਨਾ ਲੇਟਣਾ ਹੋਵੇ ਡੰਡੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲਚੀਲੇ ਗੱਦੇ 'ਤੇ ਆਰਾਮ ਕਰਨ ਦੀ ਬਨਸਬਤ ਕਠੋਰ ਫਰਸ਼ 'ਤੇ ਆਰਾਮ ਕਰਨਾ ਜ਼ਿਆਦਾ ਲਾਭਦਾਇਕ ਹੈ ਡੰਡੀ। ਇਸ ਨਾਲ ਸੰਘਰਸ਼ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਅਤੇ ਰੀੜ੍ਹ ਦੀ ਹੱਡੀ ਨੂੰ ਲਾਭ ਪਹੁੰਚਦਾ ਹੈ ਡੰਡੀ। ਹੁਣ ਮੈਂ ਤੁਹਾਨੂੰ ਕੁਝ ਅਭਿਆਸ ਦੱਸਦਾ ਹਾਂ ਜਿਨ੍ਹਾਂ ਨੂੰ ਤੁਸੀਂ ਘਰ ਵਿੱਚ ਹੀ ਕਰ ਸਕਦੇ ਹੋ ਡੰਡੀ। ਇੱਕ ਹਫ਼ਤੇ ਤੱਕ ਉਹਨਾਂ ਨੂੰ ਕਰੋ ਅਤੇ ਦੇਖੋ ਕਿ ਤੁਹਾਡੀ ਆਕ੍ਰਿਤੀ ਅਤੇ ਮਨ 'ਤੇ ਉਹਨਾਂ ਦਾ ਇਹੋ ਜਿਹਾ ਅਸਰ ਪੈਂਦਾ ਹੈ ਡੰਡੀ। ਜਦੋਂ ਕਦੇ ਵੀ ਤੁਸੀਂ ਥਕਾਨ ਮਹਿਸੂਸ ਕਰੋ ਫਰਸ਼ 'ਤੇ ਤਣ ਕੇ ਸਿੱਧੇ ਲੇਟ ਜਾਓ ਡੰਡੀ। ਜੇ ਤੁਸੀਂ ਚਾਹੋ ਤਾਂ ਗੋਲ ਗੋਲ ਵੀ ਲੁੜਕ ਸਕਦੇ ਹੋ ਡੰਡੀ। ਦਿਨ ਵਿੱਚ 2 ਵਾਰ ਇਹ ਅਭਿਆਸ ਕਰੋ ਡੰਡੀ। ਆਪਣੀਆਂ ਅੱਖਾਂ ਬੰਦ ਕਰ ਲਵੋ ਡੰਡੀ। ਜਿਵੇਂ ਕਿ ਪ੍ਰੋਫੈਸਰ ਜਾਨਸਨ ਨੇ ਕਿਹਾ ਹੈ ਤੁਸੀਂ ਵੀ ਕਹੋ ਸੂਰਜ ਸਿਰ 'ਤੇ ਚਮਕ ਰਿਹਾ ਹੈ ਡੰਡੀ। ਅਸਮਾਨ ਨੀਲਾ ਅਤੇ ਸਵੱਛ ਹੈ ਡੰਡੀ। ਸ਼ਾਂਤ ਕੁਦਰਤ ਸੰਸਾਰ ਦੀ ਵਸ਼ਵਰ ਤਿੰਨੀ ਬਣੀ ਹੋਈ ਹੈ ਅਤੇ ਮੈਂ ਕੁਦਰਤ ਦੀ ਸੰਤਾਨ ਦੇ ਨਾਤੇ ਵਿਸ਼ਵ ਸਪੇਕਸ਼ ਹੀ ਹਾਂ। ਇਸ ਦੇ ਇਲਾਵਾ ਜੇ ਤੁਸੀਂ ਪ੍ਰਾਰਥਨਾ ਕਰੋ ਤਾਂ ਹੋਰ ਵੀ ਚੰਗਾ ਹੈ ਡੰਡੀ। ਜੇ ਤੁਸੀਂ ਕੁਝ ਪਕਵਾਨ ਬਣਾ ਰਹੇ ਹੋ ਜਾਂ ਕੰਮ ਵਿੱਚ ਰੁੱਝੇ ਹੋਏ ਹੋ ਤਾਂ ਲੇਟ ਨਹੀਂ ਸਕਦੇ ਤਾਂ ਕੁਰਸੀ 'ਤੇ ਬੈਠੇ ਬੈਠੇ ਅਭਿਆਸ ਕਰਨ 'ਤੇ ਵੀ ਤੁਸੀਂ ਓਨਾ ਹੀ ਲਾਭ ਪ੍ਰਾਪਤ ਕਰ ਸਕਦੇ ਹੋ ਡੰਡੀ। ਕਠੋਰ ਅਤੇ ਖੜੀ ਕੁਰਸੀ ਆਰਾਮ ਦੇ ਲਈ ਉੱਤਮ ਰਹਿੰਦੀ ਹੈ ਡੰਡੀ। ਤੁਸੀਂ ਮਿਸਰ ਦੀ ਕਿਸੇ ਮੂਰਤੀ ਦੀ ਤਰ੍ਹਾਂ ਕੁਰਸੀ 'ਤੇ ਸਿੱਧੇ ਬੈਠ ਜਾਓ ਅਤੇ ਆਪਣੀਆਂ ਹਥੇਲੀਆਂ ਨੂੰ ਪੱਟਾਂ 'ਤੇ ਟਿਕਾ ਦਿਓ ਡੰਡੀ। ਫਿਰ ਹੌਲੀ ਨਾਲ ਪੈਰ ਦੇ ਪੰਜੇ ਨੂੰ ਕਰੜਾ ਅਤੇ ਢਿੱਲਾ ਕਰੋ ਡੰਡੀ। ਟੰਗਾਂ ਦੀਆਂ ਮਾਸਪੇਸ਼ੀਆਂ ਨੂੰ ਕਰੜਾ ਅਤੇ ਢਿੱਲਾ ਕਰੋ ਡੰਡੀ। ਇਸ ਕਿਰਿਆ ਨੂੰ ਗਰਦਨ ਤੱਕ ਸਰੀਰ ਦੀਆਂ ਸਾਰੀਆਂ ਮਾਸਪੇਸ਼ੀਆਂ ਨਾਲ ਕਰੋ ਡੰਡੀ। ਫਿਰ ਆਪਣੇ ਸਿਰ ਨੂੰ ਗੇਂਦ ਦੀ ਤਰ੍ਹਾਂ ਸੱਜੇ ਖੱਬੇ ਲੁਟਕਣ ਦਿਓ ਅਤੇ ਮਾਸਪੇਸ਼ੀਆਂ ਨੂੰ ਢਿੱਲਾ ਕਰਨ ਦਾ ਵਿਚਾਰ ਕਰੋ ਡੰਡੀ। ਆਪਣੇ ਸਨਾਊ ਤੰਤੂਆਂ ਨੂੰ ਹੌਲੀ ਹੌਲੀ ਦ੍ਰਿੜਤਾ ਨਾਲ ਸਾਹ ਲੈ ਕੇ ਸ਼ਾਂਤ ਕਰੋ ਡੰਡੀ। ਸਨਾਊ ਤੰਤੀਆਂ ਨੂੰ ਸ਼ਾਂਤ ਕਰਨ ਦੇ ਲਈ
ਸੁਵਾਸ ਪ੍ਰਵਾਸ ਦਾ ਤਾਲਮੇਲ ਅਤਿਅੰਤ ਉੱਤਮ ਵਿਧੀ ਹੈ ਡੰਡੀ। ਇਸ ਵਿਸ਼ੇ ਵਿੱਚ ਭਾਰਤੀ ਯੋਗੀਆਂ ਦੇ ਵਿਚਾਰ ਬੜੇ ਸਹੀ ਹਨ ਡੰਡੀ। ਅੱਜ ਮੈਂ ਪ੍ਰਸੰਨ ਰਹਾਂਗਾ ਡੰਡੀ। ਇਬਰਾਹਿਮ ਲਿੰਕਨ ਨੇ ਠੀਕ ਕਿਹਾ ਹੈ। ਜ਼ਿਆਦਾਤਰ ਲੋਕ ਆਪਣੀ ਮਨੋਦਸ਼ਾ ਦੇ ਅਨੁਸਾਰ ਹੀ ਪ੍ਰਸੰਨ ਰਹਿੰਦੇ ਹਨ ਡੰਡੀ। ਸੁੱਖ ਆਪਣੇ ਵਿੱਚ ਹੀ ਰਹਿੰਦਾ ਹੈ ਡੰਡੀ, ਕਿਤੇ ਬਾਹਰ ਨਹੀਂ ਡੰਡੀ। ਅੱਜ ਮੈਂ ਵਰਤਮਾਨ ਦੇ ਅਨੁਸਾਰ ਢਲਣ ਦਾ ਯਤਨ ਕਰਾਂਗਾ ਡੰਡੀ। ਦੂਸਰਿਆਂ ਨੂੰ ਆਪਣੀ ਇੱਛਾ ਅਨੁਸਾਰ ਢਾਲਣ ਦਾ ਯਤਨ ਨਹੀਂ ਕਰਾਂਗਾ ਡੰਡੀ। ਆਪਣੇ ਪ੍ਰਯਤਨਾਂ ਨੂੰ, ਆਪਣੇ ਕਾਰੋਬਾਰ ਅਤੇ ਆਪਣੀ ਕਿਸਮਤ ਨੂੰ ਉਸੇ ਤਰ੍ਹਾਂ ਸਵੀਕਾਰ ਕਰਕੇ ਖੁਦ ਨੂੰ ਉਹਨਾਂ ਦੇ ਅਨੁਸਾਰ ਢਾਲਾਂਗਾ ਡੰਡੀ। ਅੱਜ ਮੈਂ ਆਪਣੇ ਸਰੀਰ ਨੂੰ ਹਿਫਾਜ਼ਤ ਨਾਲ ਰੱਖਾਂਗਾ। ਮੈਂ ਕਸਰਤ ਕਰਾਂਗਾ, ਸਰੀਰ ਦੀ ਦੇਖਭਾਲ ਕਰਾਂਗਾ, ਇਸ ਦਾ ਪੋਸ਼ਣ ਕਰਾਂਗਾ, ਇਸ ਦਾ ਨਿਰਾਦਰ ਨਹੀਂ ਕਰਾਂਗਾ, ਇਸ ਦਾ ਸਦ ਉਪਯੋਗ ਨਹੀਂ ਕਰਾਂਗਾ ਤਾਂ ਕਿ ਇਹ ਤੰਦਰੁਸਤ ਬਣਿਆ ਰਹਿ ਕੇ ਮੇਰੀ ਤਰੱਕੀ ਵਿੱਚ ਸਹਾਇਕ ਹੋ ਸਕੇ ਡੰਡੀ। ਅੱਜ ਮੈਂ ਆਪਣੇ ਮਨ ਨੂੰ ਤਕੜਾ ਬਣਾਉਣ ਦੀ ਕੋਸ਼ਿਸ਼ ਕਰਾਂਗਾ। ਮੈਂ ਉਪਯੋਗੀ ਗੱਲਾਂ ਸਿੱਖਾਂਗਾ। ਮੈਂ ਆਪਣੇ ਵਿਚਾਰਾਂ ਨੂੰ ਭਟਕਣ ਨਹੀਂ ਦਿਆਂਗਾ। ਮੈਂ ਅਜਿਹੀ ਸਮੱਗਰੀ ਪੜ੍ਹਾਂਗਾ ਜਿਸ ਵਿੱਚ ਯਤਨ, ਚਿੰਤਨ ਅਤੇ ਇਕਾਗਰਤਾ ਦੀ ਜ਼ਰੂਰਤ ਹੋਵੇ ਡੰਡੀ। ਮੈਂ ਆਪਣੇ ਮਨ ਨੂੰ 3 ਦਿਸ਼ਾਵਾਂ ਵਿੱਚ ਨਿਯੋਜਿਤ ਕਰਾਂਗਾ। ਮੈਂ ਕਿਸੇ ਦਾ ਭਲਾ ਕਰਾਂਗਾ। ਵਿਲੀਅਮ ਜੇਮਜ਼ ਦੇ ਮਸ਼ਵਰੇ ਅਨੁਸਾਰ ਅਭਿਆਸ ਦੇ ਤੌਰ 'ਤੇ ਘੱਟੋ ਘੱਟ 2 ਕੰਮ ਜ਼ਰੂਰ ਅਜਿਹੇ ਕਰਾਂਗਾ ਜਿਨ੍ਹਾਂ ਨੂੰ ਕਰਨ ਦਾ ਮਨ ਨਾ ਹੋਵੇ ਡੰਡੀ। ਅੱਜ ਮੈਂ ਆਪਣੇ ਸੁਭਾਅ ਚੰਗਾ ਰੱਖਾਂਗਾ, ਸੁੰਦਰ ਦਿਸਣ ਦਾ ਯਤਨ ਕਰਾਂਗਾ ਅਤੇ ਚੰਗੇ ਲੱਗਣ ਵਾਲੇ ਕੱਪੜੇ ਪਹਿਨਾਂਗਾ ਡੰਡੀ। ਹੌਲੀ ਹੌਲੀ ਬੋਲਾਂਗਾ ਅਤੇ ਨਰਮ ਰਹਾਂਗਾ ਡੰਡੀ। ਦੂਸਰਿਆਂ ਦੀ ਪ੍ਰਸ਼ੰਸਾ ਕਰਨ ਵਿੱਚ ਉਦਾਰ ਰਹਾਂਗਾ। ਕਿਸੇ ਦੀ ਆਲੋਚਨਾ ਨਹੀਂ ਕਰਾਂਗਾ ਡੰਡੀ। ਕਿਸੇ ਵਿੱਚ ਦੋਸ਼ ਨਹੀਂ ਕੱਢਾਂਗਾ ਡੰਡੀ। ਕਿਸੇ ਨੂੰ ਨਿਯਮਤ ਕਰਨ ਜਾਂ ਸੁਧਾਰਨ ਦਾ ਯਤਨ ਨਹੀਂ ਕਰਾਂਗਾ ਡੰਡੀ। ਅੱਜ ਮੈਂ ਵਰਤਮਾਨ ਸਮੱਸਿਆਵਾਂ ਨੂੰ ਸੁਲਝਾਉਣ ਦਾ ਯਤਨ ਕਰਾਂਗਾ ਅਤੇ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਇੱਕਦਮ ਹੱਥ ਵਿੱਚ ਨਹੀਂ ਲਵਾਂਗਾ ਡੰਡੀ। ਜੇ ਮੈਂ ਜੀਵਨ ਭਰ ਕੋਈ ਕੰਮ ਕਰਨੇ ਹਨ ਤਾਂ ਚਾਹੇ ਉਹ ਮੈਨੂੰ ਮੁਰਸ਼ਿਦ ਕਰਨ ਵਾਲੇ ਹੀ ਕਿਉਂ ਨਾ ਹੋਣ, ਉਹਨਾਂ ਨੂੰ ਬਰਾਬਰ 12 ਘੰਟੇ ਤੱਕ ਕਰਦਾ ਰਹਾਂਗਾ ਡੰਡੀ। ਅੱਜ ਅੱਧਾ ਘੰਟਾ ਮੈਂ ਆਪਣਾ ਪ੍ਰੋਗਰਾਮ ਬਣਾਵਾਂਗਾ ਡੰਡੀ। ਹਰ ਘੰਟੇ ਵਿੱਚ ਜੋ ਕੁਝ ਮੈਂ ਕਰਨਾ ਚਾਹਾਂਗਾ ਉਸ ਨੂੰ ਲਿਖ ਲਵਾਂਗਾ ਡੰਡੀ। ਚਾਹੇ ਮੈਂ ਉਸ ਦਾ ਪੂਰੀ ਤਰ੍ਹਾਂ ਪਾਲਣ ਨਾ ਵੀ ਕਰ ਸਕਾਂ ਡੰਡੀ, ਪਰ ਉਸ ਨੂੰ ਬਣਾਵਾਂਗਾ ਜ਼ਰੂਰ, ਕਿਉਂਕਿ ਇਸ ਨਾਲ ਜਲਦਬਾਜ਼ੀ ਅਤੇ ਅਨਿਰਣੇ ਦੀ ਅਵਸਥਾ ਦੂਰ ਹੋ ਜਾਵੇਗੀ ਡੰਡੀ। ਅੱਜ ਅੱਧਾ ਘੰਟਾ ਮੈਂ ਆਪਣੇ ਆਰਾਮ ਲਈ ਰੱਖਾਂਗਾ ਡੰਡੀ। ਇਸ ਅੱਧੇ ਘੰਟੇ ਤੱਕ ਮੈਂ ਪਰਮਾਤਮਾ ਦੇ ਬਾਰੇ ਸੋਚਾਂਗਾ ਤਾਂ ਕਿ ਆਪਣੇ ਜੀਵਨ ਦੇ ਵਿਸ਼ੇ ਵਿੱਚ ਜ਼ਿਆਦਾ ਅੰਤਰਦ੍ਰਿਸ਼ਟੀ ਪ੍ਰਾਪਤ ਕਰ ਸਕਾਂ ਡੰਡੀ। ਅੱਜ ਮੈਂ ਨਿਰਭੈ ਰਹਾਂਗਾ। ਸੁੱਖ ਅਤੇ ਸੁੰਦਰਤਾ ਪ੍ਰਾਪਤ ਕਰਨ, ਪਿਆਰ ਕਰਨ ਅਤੇ ਇਹ ਵਿਸ਼ਵਾਸ ਕਰਨ ਵਿੱਚ ਕਿ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ ਉਹ ਵੀ ਮੈਨੂੰ ਪਿਆਰ ਕਰਦੇ ਹਨ ਪਿੱਛੇ ਨਹੀਂ ਰਹਾਂਗਾ ਡੰਡੀ। ਜੇ ਅਸੀਂ ਮਨ ਵਿੱਚ ਸੁੱਖ ਸ਼ਾਂਤੀ ਦਾ ਵਿਕਾਸ ਕਰਨਾ ਚਾਹੀਏ ਤਾਂ ਸਾਨੂੰ ਇਸ ਨਿਯਮ ਦਾ ਪਾਲਣਾ ਕਰਨਾ ਚਾਹੀਦਾ ਹੈ। ਆਨੰਦਪੂਰਨ ਢੰਗ ਨਾਲ ਸੋਚੋ ਅਤੇ ਆਚਰਣ ਕਰੋ, ਤੁਸੀਂ ਆਨੰਦ ਦਾ ਅਨੁਭਵ ਕਰੋਗੇ ਡੰਡੀ।